ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਆ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਗੁਰੂ ਇਤਿਹਾਸ ਸੁਣਦਿਆਂ ਇਤਨਾ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਕਿ ਸ੍ਰੀ ਬਾਬਾ ਗੁਰਦਿੱਤਾ ਜੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਸੰਗਤਾਂ ਵਿੱਚ ਬਹੁਤ ਮਾਹੌਲ ਸੋਗਮਈ ਬਣਿਆ। ਸਾਧ ਸੰਗਤ ਜਿਤਨੀ ਕਿਸੇ ਨਾਲ ਨੇੜਤਾ ਹੁੰਦੀ ਹੈ ਉਤਨਾ ਉਹਦੇ ਵਿਛੋੜੇ ਦਾ ਦੁੱਖ ਵੀ ਹੁੰਦਾ। ਹੁਣ ਇਹ ਗੱਲ ਵੱਖਰੀ ਹੈ ਬਈ ਉਹ ਕੋਈ ਵਸਤੂ ਹੈ ਕਿ ਉਹ ਕੋਈ ਵਿਅਕਤੀ ਹੈ ਕਿ ਉਹ ਕੋਈ ਹੋਰ ਹੈ, ਕੋਈ ਪਸ਼ੂ ਪੰਛੀ ਆਦਿਕ ਹੈ। ਜਿਤਨੀ ਨੇੜਤਾ ਹੋਵੇਗੀ ਵਿਛੋੜੇ ਦਾ ਉਤਨਾ ਹੀ ਦੁੱਖ ਜ਼ਿਆਦਾ ਹੋਵੇਗਾ। ਸੰਸਾਰ ਵਿੱਚ ਜਿਤਨੇ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਜਿਤਨੇ ਵੀ ਦੁੱਖ ਨੇ, ਕਸ਼ਟ ਨੇ, ਪੀੜਾ ਵੇਦਨਾਵਾਂ ਹਨ, ਉਹਨਾਂ ਸਾਰੀਆਂ ਦਾ ਮੂਲ ਕਾਰਨ ਪ੍ਰਭੂ ਨਾਮ ਤੋਂ ਵਿਛੜਨਾ ਹੈ। ਨਾਮ ਤੋਂ ਵਿਛੜ ਕੇ ਸਾਰੇ ਹੀ ਦੁੱਖ ਨੇ। ਇਹਦਾ ਮਤਲਬ ਹੈ ਦੁੱਖਾਂ ਦਾ ਦਾਰੂ ਵੀ ਨਾਮ ਹੀ ਹੈ। ਦੁੱਖ ਦਾਰੂ ਸੁਖ ਰੋਗ ਭਇਆ। ਕਿਧਰੇ ਕਿਧਰੇ ਦੁੱਖ ਜਗਾਉਣ ਵਾਸਤੇ ਵੀ ਆਉਂਦਾ ਬਈ ਤੂੰ ਭੁੱਲਦਾ ਪਿਆ, ਅਲਰਟ ਕਰਨ ਵਾਸਤੇ ਆਉਂਦਾ। ਪਰ ਮੂਲ ਰੂਪ ਵਿੱਚ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਹੀ ਕਾਰਨ, ਔਰ ਵਿਛੋੜਾ ਪਰਮਾਤਮਾ ਤੋਂ। ਭਾਵੇਂ ਉਹ ਸਰੀਰਕ ਦੁੱਖ ਹੈ, ਭਾਵੇਂ ਮਾਨਸਿਕ ਦੁੱਖ ਹੈ, ਆਰਥਿਕ ਕਠਿਨਾਈਆਂ ਨੇ ਜਾਂ ਸਮਾਜਿਕ ਅਪਮਾਨ ਸਨਮਾਨ ਹੈ, ਇਹਦਾ ਕਾਰਨ ਪਰਮਾਤਮਾ ਤੋਂ ਵਿਛੜਨਾ ਹੀ ਹੈ। ਫਿਰ ਵਸਤੂ ਵਿਅਕਤੀ ਨਾਲ ਜਿਤਨੀ ਨੇੜਤਾ ਹੋਵੇ ਉਤਨਾ ਉਹਦੇ ਵਿਛੜਨ ਦਾ ਕਸ਼ਟ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਬਾਬਾ ਗੁਰਦਿੱਤਾ ਜੀ ਦੇ ਨਾਲ ਸੰਗਤਾਂ ਦੀ ਬਹੁਤ ਨੇੜਤਾ ਹੈ। ਇਸ ਕਰਕੇ ਉਹਨਾਂ ਦੇ ਜਾਣ ਦਾ ਦੁੱਖ ਵੀ ਬਹੁਤ ਵੱਡਾ ਹੈ। ਬਾਰ-ਬਾਰ ਸੰਗਤਾਂ ਅਫਸੋਸ ਕਰਦੀਆਂ ਹਨ ਤੇ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਧੀਰਮਲ ਨੇ ਉਹ ਵੈਸੇ ਹੀ ਉਹਨਾਂ ਦਾ ਘਰ ਨਾਲ ਇੱਕ ਤਰ੍ਹਾਂ ਦਾ ਰਿਸ਼ਤਾ ਹੀ ਟੁੱਟਿਆ ਹੋਇਆ। ਇਹ ਕਥਾ ਆਪ ਸਰਵਣ ਕਰਦੇ ਆ ਰਹੇ ਹੋ। ਨਰ ਨਾਰੀ ਨਿਤ ਪ੍ਰਤ ਨਏ ਕੀਰਤਪੁਰ ਮੈਂ ਆਏ। ਸ੍ਰੀ ਕੀਰਤਪੁਰ ਸਾਹਿਬ ਵਿੱਚ ਇਸਤਰੀ ਪੁਰਸ਼ ਸਿੱਖ ਸੰਗਤਾਂ ਰੋਜ਼ਾਨਾ ਵੱਧਦੀਆਂ ਜਾ ਰਹੀਆਂ ਨੇ। ਪੁਰਾਣੇ ਵੀ ਆਉਂਦੇ ਨੇ, ਹੋਰ ਨਵੇਂ ਵੀ ਆਉਂਦੇ। ਬੜਾ ਮਹਾਨ ਸਮਾਂ ਬਣਦਾ ਹੈ, ਬੜਾ ਸੁਖਦਾਈ ਸਮਾਂ ਬਣਦਾ ਹੈ, ਬਹੁਤ ਆਨੰਦ ਬਰਸਦਾ ਹੈ। ਜਦ ਵੀ ਕੋਈ ਗੁਰੂ ਨਾਲ ਜੁੜਿਆ ਹੋਇਆ ਹਿਰਦਾ ਮਿਲੇਗਾ ਤੇ ਉਹਦਾ ਮੇਲ ਆਨੰਦ ਪ੍ਰਦਾਨ ਕਰੇਗਾ।
ਇਹ ਤੁਸੀਂ ਦੇਖਿਆ ਕਿ परिस्थितियां बेशक विपरीत होवन, वखरियां होवन, वखरियां अलग होवन, पर जदों हिरदा नाम नाल जुड़िया होवे ते वो विपरीत परिस्थितियां भी सुख प्रदान करदियां ने। तुसीं इत्थे ही देख लो, प्रशासन वालों साफ शब्दां विच कह दिता नगर कीर्तन नहीं कढ़ सकते, दीवान नहीं लग सकता, लंगर बंद करने पैणगे। ते साडे सत्कारयोग तखत साहब जी दे मुख सेवादार जथेदार अवतार सिंह जी हित, भाई हरबंस सिंह जी खनूजा, भाई इंद्रजीत सिंह जी टाटा नगर सकत्तर, जनरल सकत्तर, सीनियर वाइस प्रेसिडेंट सोही जी, भाई लखविंदर सिंह जी, ये सारे ने मिल के रिक्वेस्ट की बई संगतां नूं बेनतियां करदे आं कि हुण इस वारी ना आवन, पर जिहड़ियां आईयां ने उन्हां दा असीं सारा प्रबंध करांगे। पर एक खदशा बनिया होया सी बई किवें आनंद बनेगा, किवें कीर्तन विच मन लगेगा। चलो नगर कीर्तन मुलतवी कर दिते गए। संत बाबा हनुमान सिंह जी साबका जथेदार श्री अकाल तखत साहब ते बाबा बुढ़ा दल दे एक मौके दे मुखी, उन्हों का एक अस्थान सुहाना है, शहीदां करके वो अस्थान का नाम है। उत्थों दे मुख सेवादार ते होर सारियां प्रेमी ट्रक भर के, कई ट्रक भर के आटा, चीनी, देसी घ्यो दे ट्रक भर के ते गुरु के बाग लंगर वास्ते आए हुए। उत्ते भी लंगर मुलतवी कर दिते गए। राजगीर भी श्रीमान संत बाबा कश्मीर सिंह जी पूरी वाले महापुरखा ने लंगर की सेवा देनी सी, वो भी समागम मुलतवी हो गए। इतना कुछ मुलतवी हो जाए तो फिर भी आनंद रवे, तो वह आनंद रहन का मतलब है ये आनंद तां ही रहा कि पहुंचिया हुई संगतां दा हिरदा गुरु गोबिंद सिंह जी नाल जुड़िया। जे विछड़िया होंदा तो नहीं आनंद रह सकता। प्रशासन का भी पूरा सहयोग रहा। मैं तो सोचदा भी ऐसे प्रशासन अधिकारियों नूं बुला के जो इतने कोऑपरेटिव होण, उन्हां दा सानू संगत विच सन्मान करना चाहिए। जिन्हां ने गुरु गोबिंद सिंह महाराज दे घर आईयां संगतां नूं कोई एक सख्ता शब्द भी नहीं बोलिया। ते वड्डी सतगुरु जी दी मेहर दी नज़र ये रही, वड्डी बख्शिश ये रही। बड़ा खदशा से भी पटना सिटी विच इन्ना करोने दे मरीज ने, रोज़ गिनती वधदी रही है, हुण भी वध रही है। सावधानी दी वड्डी लोड़ हैगी है। पर यह गल मैनू कहंदियां तुहाडे नाल सांझी करदियां प्रसन्नता हो रही है बई दीवान हाल भी सारा भरिया होया सी, ये मेन हाल भी सारा भरिया होया सी, गैलरियां भी भरियां होईयां सी। पर श्री गुरु गोबिंद सिंह महाराज जी दी वड्डी असीस सदका एक व्यक्ति भी कोरोना पॉजिटिव नहीं होया। सारे तंदुरुस्त आए ते सारे तंदुरुस्त जा रहे हैं। कोई रिपोर्ट नहीं, कोई ऐसी रिपोर्ट नहीं है, कोई सूचना नहीं है। ये मेहर गुरु गोबिंद सिंह महाराज दी होई, नहीं तो इकट्ठ विच कई कुछ हो जाता।
ਤੇ ਮੈਂ ਕਹਿ ਵੀ ਦਿੱਤਾ ਸੀ ਸਾਰਿਆਂ ਨੂੰ, ਮੈਂ ਕਿ ਕੋਈ ਬਿਮਾਰ ਨਹੀਂ ਹੋਏਗਾ, ਕੋਈ ਪੋਜ਼ਿਟਿਵ ਨਹੀਂ ਹੋਏਗਾ, ਕਿਉਂਕਿ ਮਹਾਰਾਜ ਦਾ ਅਸੀਂ ਹੁਕਮਨਾਮਾ ਲਿਆ ਸੀ ਤੇ ਸਾਹਿਬ ਦੇ ਹੁਕਮਨਾਮੇ ਦੇ ਇਹ ਬੋਲ ਸਨ, ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿਣ ਬਈ ਸੁਖ ਘਰ ਆਇਆ ਤੇ ਦੁੱਖ ਕਿੱਥੇ ਹੋ ਸਕਦਾ। ਚਲੋ ਅਲ ਕਿੱਸਾ ਰਹੋ ਵਿਚਾਰ, ਜਿਸ ਨਾਲ ਜ਼ਿਆਦਾ ਨਜ਼ਦੀਕੀ ਹੋਵੇ, ਨੇੜਤਾ ਹੋਵੇ, ਉਹ ਪੁੱਤਰ ਹੋਵੇ, ਮਿੱਤਰ ਹੋਵੇ, ਪਤੀ ਹੋਵੇ, ਪਤਨੀ ਹੋਵੇ, ਕੋਈ ਵਸਤੂ, ਕੋਈ ਵਿਅਕਤੀ, ਕੋਈ ਪਸ਼ੂ ਪੰਛੀ ਹੋਵੇ, ਉਹਦੇ ਵਿਛੜਨ ਦਾ ਓਨਾ ਹੀ ਦੁੱਖ ਹੁੰਦਾ ਹੈ। ਰਸਤੇ ਵਿੱਚ ਅਸੀਂ ਦੇਖਦੇ ਹਾਂ ਕੋਈ ਐਕਸੀਡੈਂਟ ਹੋਇਆ, ਕੋਈ ਐਕਸੀਡੈਂਟ 'ਚ ਆਪਣਾ ਸਰੀਰ ਤਿਆਗ ਗਿਆ, ਲੋਕੀ ਦੇਖ ਕੇ ਲੰਘਦੇ ਜਾਂਦੇ ਨੇ, ਉਹਨਾਂ ਦੇ ਉਸ ਵਾਸਤੇ ਇੱਕ ਕੋਈ ਸਰੀਰ ਪਿਆ ਹੋਇਆ, ਕੋਈ ਲਾਸ਼ ਪਈ ਹੋਈ, ਪੁਲਿਸ ਵਾਸਤੇ, ਪੰਚਾਇਤ ਵਾਸਤੇ, ਹੋਰ ਸੰਸਥਾਵਾਂ ਵਾਸਤੇ ਉਹ ਇੱਕ ਕਾਰਵਾਈ ਦਾ ਬਾਇਸ ਹੁੰਦਾ ਹੈ ਵੀ ਇੱਥੇ ਸਾਨੂੰ ਇਹ ਪੰਚਨਾਮਾ ਕਰਨਾ ਹੈ, ਇਹ ਕਾਰਵਾਈ ਕਰਨੀ ਹੈ। ਉਹਨਾਂ ਲਈ ਉਹ ਇੱਕ ਕੇਸ ਹੁੰਦਾ ਹੈ, ਕਿਉਂਕਿ ਜਿੰਨੀ ਜਿੰਨੀ ਨੇੜਤਾ ਹੋਵੇ ਓਨਾ ਹੀ ਸੰਬੰਧ ਬਣਦਾ ਹੈ। ਪਰ ਜਿਸ ਘਰ ਦਾ ਕੋਈ ਚਿਰਾਗ ਬੁਝ ਗਿਆ ਹੋਵੇ ਉਸ ਲਈ ਇੱਕ ਕੇਸ ਨਹੀਂ ਹੁੰਦਾ, ਉਹਦੇ ਲਈ ਬਹੁਤ ਵੱਡੇ ਦੁੱਖ ਦਾ ਪਹਾੜ ਟੁੱਟਿਆ ਹੁੰਦਾ ਹੈ। ਸੰਗਤਾਂ ਨਾਲ ਨੇੜਤਾ ਬਹੁਤ, ਬਾਬਾ ਬੁੱਢਾ ਬਾਬਾ ਗੁਰਦਿੱਤਾ ਜੀ ਦੇ ਨਾਲ ਸੰਗਤਾਂ ਦੀ ਨੇੜਤਾ ਬਹੁਤ ਹੈ, ਪ੍ਰੇਮ ਬਹੁਤ ਹੈ, ਸਤਿਕਾਰ ਬਹੁਤ ਹੈ, ਤਾਂ ਸੰਗਤਾਂ ਬੈਰਾਗ ਕਰਦੀਆਂ ਹਨ। ਰੋਜ਼ਾਨਾ ਨਵੀਆਂ ਨਵੀਆਂ ਸੰਗਤਾਂ ਹੋਰ ਵੀ ਆ ਰਹੀਆਂ ਨੇ। ਕੀਰਤਪੁਰ ਮੈਂ ਆਏ ਸੰਬੰਧੀ ਸਿੱਖ ਸੰਗਤਾਂ ਰੋਦਤ ਸ਼ੋਕ ਵਧਾਏ, ਉਹ ਰੋਣ ਲੱਗ ਪੈਂਦੇ ਨੇ ਤੇ ਸ਼ੋਕਾਕੁਲ ਮਾਹੌਲ ਬਣ ਜਾਂਦਾ। ਇਸ ਤਰ੍ਹਾਂ ਨਾਲ ਆਪ ਸਰਵਣ ਕਰਦੇ ਆਏ ਹੋ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਚੋਪਈ ਅਲਪ ਬੈਸ ਮਹਿ ਸ੍ਰੀ ਹਰਿ ਰਾਏ। ਛੋਟੀ ਉਮਰ ਹੈ ਸਾਹਿਬਜ਼ਾਦਾ ਸ੍ਰੀ ਹਰਿ ਰਾਏ ਜੀ ਦੀ, ਛੋਟੀ ਅਵਸਥਾ ਹੈ। ਹਾਂਜੀ, ਕਿਰਿਆ ਪਿਤਾ ਹਿਤ ਕਰਹਿ ਬਨਾਏ। ਔਰ ਇਸ ਤਰ੍ਹਾਂ ਆਪਣੇ ਪਿਤਾ ਜੀ ਵਾਸਤੇ ਸਾਰੀ ਕਿਰਿਆ ਜਿਹੜੀ ਚਲਾਣੇ ਤੋਂ ਬਾਅਦ ਹੁੰਦੀ ਹੈ, ਰਿਸ਼ਤੇਦਾਰ ਆਉਂਦੇ ਨੇ, ਉਹਨਾਂ ਨਾਲ ਬੈਠਣਾ, ਉਹਨਾਂ ਨੂੰ ਜਲ ਪਾਣੀ ਦੇਣਾ, ਇਤਿਆਦਿਕ ਕਿਰਿਆ। ਇਹ ਕਿਰਿਆ ਸ਼ਬਦ ਤੋਂ ਕਿਧਰੇ ਹੋਰ ਨਾ ਲਾ ਲੈਣਾ ਬਈ ਕੋਈ ਪ੍ਰੇਤ ਕਿਰਿਆ ਹੁੰਦੀ ਪਈ ਹੈ ਜਿਵੇਂ ਆਮ ਲੋਕੀ ਕਰਦੇ ਨੇ। ਬੜਾ ਕੁਝ ਚੱਲਦਾ ਹੈ ਇਹਨਾਂ ਚੀਜ਼ਾਂ ਦੇ ਨਾਮ ਤੇ। ਇੱਥੇ ਕਿਰਿਆ ਤੋਂ ਮਤਲਬ ਹੈ ਜੋ ਰਿਸ਼ਤੇਦਾਰ ਆਏ ਨੇ, ਸੰਬੰਧੀ ਆਏ ਨੇ, ਸੰਗਤਾਂ ਆਈਆਂ, ਉਹਨਾਂ ਕੋਲ ਬੈਠਣਾ, ਲੰਗਰ ਦੇਣਾ, ਭੋਜਨ ਦੇਣਾ, ਇਹ ਸਾਰਾ ਕੁਝ ਬਾਲ ਅਵਸਥਾ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਹਾਲੇ ਗੁਰਤਾ ਗੱਦੀ ਤੇ ਨਹੀਂ ਬਿਰਾਜੇ, ਉਹ ਕਰ ਰਹੇ ਹਨ। ਬੀਨ ਪੁਸਪ ਸੁਰ ਸੁਰ ਪਹਿਚਾਏ। ਇਸ ਤਰ੍ਹਾਂ ਲਿਖਿਆ ਬਈ ਬੀਨ ਪੁਸ਼ਪ ਸੁਰ ਸਰ ਪਹੁੰਚਾਏ। ਇਹ ਸੁਰਸਰ ਸ਼ਬਦ ਦਾ ਅਰਥ ਆਮ ਕਰਕੇ ਵਿਦਵਾਨ ਕਰਦੇ ਨੇ ਬਈ ਸੁਰਸਰੀ ਗੰਗਾ ਨੂੰ ਕਹਿੰਦੇ ਨੇ, ਬਈ ਅਸਥੀਆਂ ਚੁਣ ਕੇ ਤੇ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ। ਲੋਕ ਕਰਦੇ ਜੋ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ, ਉਹ ਆਪਣੇ ਧਰਮ ਮੁਤਾਬਕ, ਆਪਣੇ ਮਾਨਤਾਵਾਂ ਮੁਤਾਬਕ ਕਰਦੇ ਨੇ। ਪਰ ਸੁਰਸਰ ਦਾ ਅਰਥ ਕੇਵਲ ਗੰਗਾ ਹੀ ਨਹੀਂ ਬਣਦਾ। ਸੁਰਸਰ ਦਾ ਅਰਥ ਹੈ ਦੇਵੀ ਸ਼ਕਤੀਆਂ ਦਾ ਸਮੂਹ ਜਿੱਥੇ ਹੋਵੇ। ਸੁਰ ਮੈਨੇ ਦੇਵ ਤੇ ਸਰ ਮੈਨੇ ਸਰੋਵਰ, ਤੇ ਸਰੋਵਰ ਤਾਂ ਕਹਿੰਦੇ ਨੇ ਪਾਣੀ ਦਾ ਇਕੱਠ ਹੁੰਦਾ।
ਇਹਦਾ ਮਤਲਬ ਹੈ ਫੁੱਲ ਕੀਰਤਪੁਰ ਵਿੱਚ ਹੀ ਪਾਏ ਨੇ। ਉੱਥੇ ਗੁਰੂ ਕੀ ਸੰਗਤ ਦਾ ਇਕੱਠ ਹੁੰਦਾ ਹੈ, ਉੱਥੇ ਮਹਾਰਾਜ ਜੀ ਦੇ ਪ੍ਰੇਮ ਨਾਲ ਭਰੇ ਹੋਏ ਹਿਰਦਿਆਂ ਦਾ ਇਕੱਠ ਹੁੰਦਾ ਹੈ। ਤਾਂ ਦੇਵਤਿਆਂ ਦੀ ਸਭਾ ਹੈ, ਦੇਵਤਿਆਂ ਦਾ ਇਕੱਠ ਹੈ। ਸਾਡੇ ਕੁਝ ਵਿਦਵਾਨ ਇਸ ਤਰ੍ਹਾਂ ਸ਼ਬਦਾਂ ਦੇ ਸਰੂਪ ਦੇਖਦੇ ਨੇ, ਸ਼ਬਦਾਂ ਦੇ ਅੰਦਰ ਸੁਭਾਅ ਨਹੀਂ ਦੇਖਦੇ, ਤੇ ਉਹ ਫਿਰ ਕੀ ਕਰਨਗੇ ਵੀ ਲਕੀਰ ਪਾ ਦੇਣਗੇ ਵੀ ਇਹਨੂੰ ਨਹੀਂ ਸੁਣਾਉਣਾ, ਇਹ ਮਨਮਤ ਹੈ। ਮਨਮਤ ਭਾਈ ਸਾਹਿਬ ਜੀ ਨੇ ਲਿਖੀ ਹੀ ਕੋਈ ਨਹੀਂ ਹੈ, ਤੇ ਸਾਨੂੰ ਇੰਨੀ ਸਮਝ ਨਹੀਂ ਆਉਂਦੀ। ਅਸੀਂ ਚੰਗੀ ਭਲੀ ਗੱਲ ਨੂੰ ਮਨਮਤ ਕਹਿ ਕੇ ਤੇ ਖੰਡਨ ਕਰਦੇ ਹਾਂ ਤੇ ਜਾਂ ਲੀਕ ਫੇਰਦੇ ਹਾਂ ਵੀ ਇਹ ਨਹੀਂ ਠੀਕ। ਸੁਰਸਰ ਦੇ ਅਰਥ ਕੇਵਲ ਸੁਰਸਰੀ ਗੰਗਾ ਹੀ ਨਹੀਂ ਹੁੰਦੇ। ਸੁਰਸਰ ਦਾ ਅਰਥ ਸੰਗਤ, ਗੁਰੂ ਦੇ ਸਰੋਵਰ, ਜਿਵੇਂ ਰਾਮਦਾਸ ਸਰੋਵਰ, ਰਾਮ ਦੇ ਦਾਸਾਂ ਦਾ ਇਕੱਠ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਵੀ ਮੈਂ ਅਰਜ਼ ਕਰਾਂ ਅਰਥ ਇਸ ਤੋਂ ਲੈਂਦੇ ਨੇ, ਰਾਮ ਦੇ ਦਾਸਾਂ ਦਾ ਸਮੂਹ, ਇਕੱਠ ਭਾਵ ਸੰਗਤ, ਜੋ ਆਪ ਸਾਰੇ ਬੈਠੇ ਹੋਏ, ਇਹ ਸੁਰਸਰ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੰਗਤ ਵਿੱਚ ਬੈਠਣ ਨਾਲ, ਜਪਣ ਨਾਲ ਤੇ ਸੰਗਤ ਦੇ ਦੀਦਾਰ ਨਾਲ ਕੀਤੇ ਹੋਏ ਜਨਮਾਂ ਜਨਮਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇੱਥੇ ਵੀ ਸੁਰਸਰ ਦਾ ਅਰਥ ਗੁਰੂ ਸੰਗਤ ਦਾ ਜਿੱਥੇ ਇਕੱਠ ਹੋਵੇ, ਗੁਰੂ ਸਾਹਿਬ ਜਿੱਥੇ ਬਿਰਾਜਮਾਨ ਹੋਣ। ਸੁਰਸਰ ਦਾ ਮਤਲਬ ਸਾਰੇ ਦੇਵਤਿਆਂ ਦਾ ਸਰਮੌਰ ਵੀ ਹੁੰਦਾ ਹੈ, ਸਾਰੀ ਦੈਵੀ ਸ਼ਕਤੀਆਂ ਦਾ ਸਿਰਮੌਰ। ਉਹ ਦੈਵੀ ਸ਼ਕਤੀਆਂ ਦਾ ਸਿਰਮੌਰ, ਦੈਵੀ ਸ਼ਕਤੀਆਂ ਦਾ ਸਭ ਤੋਂ ਵੱਡਾ ਕੌਣ ਹੈ? ਮੈਂ ਅਰਜ਼ ਕਰਾਂ ਉਹ ਹੋਰ ਕੋਈ ਨਹੀਂ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਉੱਤੇ ਫੁੱਲ ਜਿਹੜੇ ਸਨ ਉਹ ਜਲ ਪ੍ਰਵਾਹ ਕੀਤੇ ਗਏ। ਅਪਰ ਜਥੋਚਿਤ ਵਿਧੀ ਕਰਾਏ। ਹੋਰ ਵੀ ਯਥਾ ਉਚਿਤ ਸੀ ਉਹ ਸਾਰਾ ਢੰਗ, ਉਹ ਵਿਧੀ ਵਿਧਾਨ। ਸੰਗਤਾਂ ਨੂੰ ਬਿਠਾਉਣਾ ਕਿੱਥੇ ਹੈ, ਲੰਗਰ ਕਿੱਥੇ ਛਕਾਉਣਾ ਹੈ, ਲੰਗਰ ਤਿਆਰ ਕਿੱਥੇ ਕਰਨਾ ਹੈ, ਇਤਿਆਦਿਕ ਸਾਰਾ ਵਿਧਾਨ ਸ੍ਰੀ ਹਰਿ ਰਾਏ ਸਾਹਿਬ ਜੀ ਕਰਦੇ ਸਨ। ਦਿਵਸ 3-10 ਜਬ ਹੈ ਬਿਤਾਏ। ਇਸ ਤਰ੍ਹਾਂ 13 ਦਿਨ ਬੀਤ ਗਏ। ਭਇਓ ਸਮਾਜ ਮਨੁਜ ਸਮੁਦਾਏ। ਤੇ ਬਹੁਤ ਵੱਡਾ ਇਕੱਠ ਸੰਗਤਾਂ ਦਾ ਹੋਇਆ। ਇਹ ਸੁਣ ਕੇ ਬਈ ਬਾਬਾ ਜੀ ਚਲਾਣਾ ਕਰ ਗਏ ਹਨ। ਜਹ ਲੋ ਪਹੁੰਚ ਆਏ ਬੇਕੇਰੀ। ਜਿੱਥੋਂ ਤੱਕ ਸੰਗਤਾਂ ਪਹੁੰਚ ਸਕਦੀਆਂ ਸਨ, ਦੂਰ ਦਰਾਜ਼ ਤੋਂ ਚੱਲ ਕੇ ਆਈਆਂ। ਮਿਲੀ ਸੰਗਤ ਆਨ ਕਨੇਰੀ। ਤੇ ਬਹੁਤ ਵੱਡਾ ਇਕੱਠ ਹੋ ਗਿਆ। ਬਹੁਤ ਸੰਗਤਾਂ ਆ ਕੇ ਮਿਲ ਕੇ ਮਹਾਰਾਜ ਦੇ ਚਰਨਾਂ 'ਚ ਬੈਠੀਆਂ। ਜੋਧਰਾਏ ਅਰ ਸਾਹਿਬ ਭਾਨਾ। ਭਾਈ ਜੋਧਰਾਏ ਜੀ ਜੋ 500 ਘੋੜ ਸਵਾਰ ਲੈ ਕੇ ਮਹਾਰਾਜ ਨਾਲ ਗੁਰੂਸਰ ਮਹਾਰਾਜ ਦੇ ਜੰਗ ਵਿੱਚ ਮੋਹਰੀ ਹੋ ਕੇ ਲੜਿਆ। ਮਹਾਰਾਜ ਦੇ ਨਾਲ ਚੱਲਦਾ ਸੀ ਬੜਾ ਵੱਡਾ ਸੇਵਕ। ਤੇ ਬਾਬਾ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ। ਇਸ ਬਾਬਾ ਬੁੱਢਾ ਜੀ ਦੀ ਕੁਲ ਨੂੰ ਹੀ ਗੁਰੂ ਨਾਨਕ ਦੇ ਘਰ ਬੜਾ ਵੱਡਾ ਸਨਮਾਨ ਮਿਲਿਆ। ਇਹ ਸਨਮਾਨਯੋਗ ਸਿੱਖ ਸ੍ਰੀ ਹਰਗੋਬਿੰਦ ਸੰਗ ਬਖਾਨਾ। ਇਹਨਾਂ ਨੇ ਭਾਈ ਜੋਧਰਾਏ ਜੀ ਨੇ ਤੇ ਭਾਈ ਭਾਨਾ ਜੀ ਨੇ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਨੇ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਪ੍ਰਤੀ ਬੇਨਤੀ ਕੀਤੀ। ਸਿਰ ਗੁਰ ਦਿੱਤੇ ਕੇ ਜੁਗਨੰਦ। ਔਰ ਇਸ ਤਰ੍ਹਾਂ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰਦਿੱਤਾ ਜੀ ਦੇ 2 ਸਪੁੱਤਰ ਹਨ। ਜੁਗ ਦਾ ਮਤਲਬ 2 ਤੇ ਨੰਦ ਦਾ ਮਤਲਬ ਸਾਹਿਬਜ਼ਾਦੇ। ਸਪੁੱਤਰ ਹਨ ਧੀਰ ਮਲ ਹੈ ਬੈਸ ਬਿਲੰਦ। ਤੇ ਦੋਹਾਂ ਚੋਂ ਇੱਕ ਸ੍ਰੀ ਹਰਿ ਰਾਏ ਜੀ ਨੇ ਤੁਹਾਡੇ ਸਪੁੱਤਰੇ, ਤੇ ਇੱਕ ਬਾਬਾ ਧੀਰਮਲ ਜੀ ਹਨ। ਔਰ ਉਮਰ ਵਿੱਚ ਧੀਰਮਲ ਵੱਡੇ ਹਨ। ਸੋ ਨਹਿ ਚਲ ਕੀਰਤਪੁਰ ਆਵਾ। ਪਰ ਧੀਰਮਲ ਪਿਤਾ ਦੀ ਦਸਤਾਰ ਉਹਦੀ ਬਣਦੀ ਸੀ, ਵੱਡੇ ਨੂੰ ਮਿਲਦੀ ਹੈ।
ਪਰਿਵਾਰਕ ਜ਼ਿੰਮੇਵਾਰੀਆਂ। ਆਪ ਨੂੰ ਗਿਆਤ ਹੋਵੇਗਾ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਸਤਾਰ ਸਜਾਈ ਗਈ ਤਾਂ ਬਾਬਾ ਬੁੱਢਾ ਜੀ ਨੇ 2 ਦਸਤਾਰਾਂ ਸਜਾਈਆਂ ਸਨ। ਪਹਿਲੀ ਦਸਤਾਰ ਬਾਬਾ ਪ੍ਰਿਥੀ ਚੰਦ ਨੂੰ, ਬਈ ਇਹਨੇ ਰੌਲਾ ਬਹੁਤ ਪਾਉਣਾ। ਕਈ ਹੁੰਦੇ ਬੜਾ ਰੌਲਾ ਪਾਉਣ ਵਾਲੇ। ਉਸਨੇ ਸੋਚਿਆ ਬਈ ਪਹਿਲਾਂ ਤਾਂ ਬਾਬਾ ਬੁੱਢਾ ਮੇਰੇ ਹੱਕ 'ਚ ਨਹੀਂ ਰਿਹਾ, ਭਾਈ ਗੁਰਦਾਸ ਮੇਰੇ ਹੱਕ 'ਚ ਨਹੀਂ ਰਿਹਾ, ਤੇ ਅੱਜ ਡਰਦਿਆਂ ਮਾਰਾ ਮੇਰੇ ਹੱਕ 'ਚ ਆ ਗਏ। ਹੰਕਾਰੀ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ। ਤੇ 2 ਦਸਤਾਰਾਂ ਸਜਾਈਆਂ ਗਈਆਂ, ਇੱਕ ਦਸਤਾਰ ਬਾਬਾ ਪ੍ਰਿਥੀ ਚੰਦ ਨੂੰ ਤੇ ਇੱਕ ਦਸਤਾਰ ਗੁਰੂ ਅਰਜਨ ਦੇਵ ਜੀ ਨੂੰ। ਤੇ ਸੰਗਤ ਵਿੱਚ ਚਰਚਾ ਚੱਲ ਪਈ ਬਈ ਸ਼ਾਇਦ 2 ਗੁਰੂ ਗੱਦੀ ਤੇ ਬੈਠ ਗਏ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਖੜੇ ਹੋ ਕੇ ਹਲੇਮੀ ਨਾਲ ਕਹਿਣ ਲੱਗੇ, ਸਾਧ ਸੰਗਤ 2 ਗੁਰੂ ਕਦੀ ਨਹੀਂ ਹੁੰਦੇ, ਤੇ ਗੁਰੂ ਇੱਕੋ ਹੀ ਹੈ, ਇੱਕਾ ਬਾਣੀ ਇੱਕ ਗੁਰ। ਪਰ ਜਿਹੜੀਆਂ ਦਸਤਾਰਾਂ 2 ਸਜਾਈਆਂ ਨੇ, ਅਸਲ ਗੱਲ ਇਹ ਹੈ ਬਈ ਪਰਿਵਾਰਕ ਜ਼ਿੰਮੇਵਾਰੀ ਦੀ ਦਸਤਾਰ ਵੱਡੇ ਪੁੱਤਰ ਨੂੰ ਮਿਲਦੀ ਹੈ। ਉਹ ਅਸੀਂ ਪ੍ਰਿਥੀ ਚੰਦ ਜੀ ਨੂੰ ਸਜਾਈ। ਇਹਨੂੰ ਮਰਨੇ ਦੀ ਪੱਗ ਵੀ ਕਹਿ ਦਿੰਦੇ ਨੇ। ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਪਰ ਗੁਰਿਆਈ ਦੀ ਪੱਗ ਗੁਰੂ ਅਰਜਨ ਲੱਦੀ। ਇਸ ਦਾ ਵੀ ਬੜਾ ਵਿਰੋਧ ਕੀਤਾ ਬਾਬਾ ਪ੍ਰਿਥੀ ਚੰਦ ਨੇ। ਖੈਰ ਜ਼ਿਕਰ ਵਡੇਰਾ ਹੋ ਜਾਏਗਾ, ਸੰਖੇਪ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ। ਵੱਡੇ ਨੂੰ ਟਿੱਕਾ ਕਹਿ ਕੇ ਤੇ ਉਹਨੂੰ ਟਿੱਕਾ ਲੱਗਦਾ ਸੀ, ਤੇ ਪਰਿਵਾਰਕ ਪਿਤਾ ਦੀ ਜਗ੍ਹਾ ਦਸਤਾਰ ਮਿਲਦੀ ਸੀ। ਭਾਈ ਭਾਨਾ ਸਾਹਿਬ ਤੇ ਭਾਈ ਜੋਧ ਰਾਏ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਮਰ ਵਿੱਚ ਵੱਡੇ ਹਨ ਧੀਰਮਲ ਜੀ, ਪਰ ਉਹ ਕੀਰਤਪੁਰ ਆਏ ਕੋਈ ਨਹੀਂ। ਟੁੱਟਿਓ ਸਭਨ ਤੇ ਕਿਆ ਲਖ ਪਾਵਾ। ਉਹ ਇੰਜ ਲੱਗਦਾ ਹੈ ਬਈ ਸਾਰੇ ਪਰਿਵਾਰ ਨਾਲੋਂ ਟੁੱਟ ਗਿਆ ਹੈ। ਜੇ ਪਰਿਵਾਰ ਵਿੱਚ ਪ੍ਰਮਾਤਮਾ ਨੇ ਕਿਸੇ ਨੂੰ ਵੱਡਾ ਰੱਖਿਆ ਹੋਵੇ ਨਾ, ਮੰਨ ਲਓ ਵੱਡਾ ਭਰਾ ਹੀ ਹੈ, ਤਾਂ ਇਹਦਾ ਮਤਲਬ ਹੈ ਉਹਦੇ ਫਰਜ਼ ਵੀ ਵੱਡੇ ਨੇ, ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਨੇ, ਉਹਦੀ ਸਮਝ ਵੀ ਵੱਡੀ ਹੋਣੀ ਚਾਹੀਦੀ ਹੈ, ਤਾਂ ਹੀ ਉਹਦਾ ਵੱਡਾ ਹੋਇਆ ਸਫਲ ਹੈ। ਆਮ ਕਰਕੇ ਜੇਠਾ ਕਹਿੰਦੇ ਸਨ ਵੱਡੇ ਨੂੰ, ਜੇਸ਼ਠ ਭਾਵ ਵੱਡਾ, ਜਿਹਦੀ ਸਮਝ ਵੱਡੀ, ਜਿਹਦਾ ਫੈਸਲਾ ਵੱਡਾ, ਭਾਵ ਸਾਰੇ ਕਬੂਲ ਕਰਨ। ਇਸ ਲਈ ਪੱਗ ਜਿਹੜੀ ਸੀ ਪਿਤਾ ਦੀ, ਉਹ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਰਹੀ ਹੈ। ਇਤ ਪਰਲੋਕ ਪਇਓ ਅਸ ਸਮਾ। ਐਸੇ ਸਮੇਂ ਵੀ ਧੀਰਮਲ ਨਹੀਂ ਆਇਆ, ਕਿਉਂਕਿ ਇਸ ਸਮੇਂ ਆਉਣਾ ਚਾਹੀਦਾ ਸੀ। ਪਿਤਾ ਪਰਲੋਕ ਗਮਨ ਕਰ ਗਏ ਹਨ। ਆਏ ਨ ਪਹੁੰਚਿਓ ਕੀਨ ਨਾ ਗਮਾ। ਕੋਈ ਗਮ ਨਹੀਂ ਉਹਨੂੰ, ਆਇਆ ਨਹੀਂ, ਪਹੁੰਚਿਆ ਨਹੀਂ, ਪਰਵਾਹ ਨਹੀਂ ਕੀਤੀ। ਦੇਨੀ ਬਨੈ ਅਬੈ ਦਸਤਾਰ। ਪਰ ਹੁਣ ਦਸਤਾਰ ਤਾਂ ਵੱਡੇ ਨੂੰ ਹੀ ਦੇਣੀ ਬਣਦੀ ਹੈ। ਘੋਰਾਵਰ ਕੇ ਕੀਨ ਸਟਾਰ। ਸੱਚੇ ਪਾਤਸ਼ਾਹ ਆਪ ਦਾ ਕੀ ਸਲਾਹ ਹੈ, ਆਪ ਜੀ ਦੀ ਕੀ ਇੱਛਾ ਹੈ? ਵੱਡੇ ਪੁੱਤਰ ਨੂੰ ਦਸਤਾਰ ਦੇਣੀ ਬਣਦੀ ਹੈ। ਹੋਰ ਕਰਤਾਰ ਦੇਨ ਕੋ ਜਾਏ। ਮਹਾਰਾਜ ਫਿਰ ਸਾਡੇ ਮੁਤਾਬਕ ਤਾਂ ਇਹ ਬੇਨਤੀ ਹੈ ਵੀ ਕਰਤਾਰਪੁਰ ਧੀਰਮਲ ਟਿਕਿਆ ਹੋਇਆ, ਆਇਆ ਨਹੀਂ ਕੀਰਤਪੁਰ, ਤੇ ਉੱਥੇ ਹੀ ਦਸਤਾਰ ਜਾ ਕੇ ਦਿੱਤੀ ਜਾਵੇ। ਅਪਰ ਨਹੀਂ ਕੋ ਬਨੈ ਉਪਾਏ। ਹੋਰ ਕੋਈ ਉਪਾਅ ਹੋ ਨਹੀਂ ਸਕਦਾ, ਕਿਉਂਕਿ ਉਹਨੇ ਇੱਥੇ ਆਉਣਾ ਕੋਈ ਨਹੀਂ। ਤਿਸ ਤੇ ਸ੍ਰੀ ਹਰਿ ਰਾਏ ਛੁਟੇਰੇ। ਉਹਨਾਂ ਤੋਂ ਬਾਬਾ ਧੀਰਮਲ ਜੀ ਤੋਂ ਛੋਟੇ ਹਨ ਸ੍ਰੀ ਹਰਿ ਰਾਏ। ਧੀਰ ਸੀਲ ਗੁਣ ਵਿਖੈ ਬਡੇਰੇ। ਪਰ ਧੀਰਜ ਵਿੱਚ, ਗੁਣਾਂ ਵਿੱਚ, ਸ਼ੀਲ ਸੁਭਾਅ ਵਿੱਚ ਧੀਰਮਲ ਦਾ ਨਾਮ ਤਾਂ ਧੀਰਜ ਦਾ ਪਹਿਲਵਾਨ, ਧੀਰਜ ਦਾ ਯੋਧਾ ਹੈ, ਪਰ ਉਹਦੀ ਧੀਰਜ ਇਤਨੀ ਨਹੀਂ ਹੈ। ਧੀਰਜ ਵਿੱਚ ਵੱਡੇ ਹਨ, ਗੁਣਾਂ ਕਰਕੇ ਭਾਵੇਂ ਉਮਰ ਕਰਕੇ ਛੋਟੇ ਨੇ। ਸ੍ਰੀ ਹਰਿ ਰਾਏ ਜੀ
ਪਰ ਗੁਣਾ ਕਰਕੇ ਵੱਡੇ ਹਨ। ਅਸਮੰਜਸ ਲਖੀਅਤ ਸ੍ਰੀ ਗੁਰ ਜੀ। ਬੜੀ ਅਸਮੰਜਸਤਾ ਦਾ ਸਮਾਂ ਬਣਿਆ ਹੋਇਆ ਹੈ ਸਤਿਗੁਰੂ ਜੀ। ਤਉ ਹਮਾਰੀ ਸੁਨੀਐ ਅਰਜੀ। ਫਿਰ ਵੀ ਮਹਾਰਾਜ ਸਾਡੀ ਬੇਨਤੀ ਆਪ ਪ੍ਰਵਾਨ ਕਰੋ। ਹਰ ਹਮ ਲਖਿਓ ਚਾਹੈ ਤੁਬ ਮਰਜੀ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਇੱਛਾ ਜਾਣਨਾ ਚਾਹੁੰਦੇ ਹਾਂ ਬਈ ਆਪ ਦੀ ਕੀ ਆਗਿਆ ਹੈ। ਸਾਡੀ ਤਾਂ ਇੱਛਾ ਆ ਹੈ ਕਿ ਕਰਤਾਰਪੁਰ ਜਾ ਕੇ ਦਸਤਾਰ ਦੇ ਆਵੀਏ। ਬਾਕੀ ਆਪ ਜੀ ਦੀ ਕੀ ਇੱਛਾ ਹੈ ਆਪ ਫਰਮਾਓ। ਲਘੁ ਪਰ ਹੀ ਪ੍ਰਸੰਨ ਹਵੈ ਹਰ ਜੀ। ਔਰ ਇਸ ਤਰ੍ਹਾਂ ਦੇ ਨਾਲ ਲਘੁ ਪਰ ਹੀ ਪ੍ਰਸੰਨ ਹੈ ਹਰ ਜੀ। ਹੈ ਹਰ ਜੀ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਛੋਟੇ ਪੁੱਤਰ ਤੇ ਪੋਤਰੇ ਤੇ ਜ਼ਿਆਦਾ ਪ੍ਰਸੰਨ ਹੋ। ਦੇਨੀ ਬਨੈ ਇਨਹਿ ਦਸਤਾਰ। ਜਾਂ ਫਿਰ ਇਹਨਾਂ ਨੂੰ ਦਸਤਾਰ ਦੇ ਦਿਓ ਕਿ ਕੋਈ ਗੁਣਾ 'ਚ ਇਹ ਵੱਡੇ ਹਨ। ਵਡਿਆਈ ਕੇ ਉਚਿਤ ਉਦਾਰ। ਇਹ ਵਡਿਆਈ ਇਹਨਾਂ ਨੂੰ ਦੇਣਾ ਉਚਿਤ ਹੈ ਤੇ ਉਦਾਰ ਵੀ ਹਨ। ਆਪ ਵੀ ਵੱਡੀਆਂ ਵਡਿਆਈਆਂ ਦੇ ਮਾਲਕ ਉਦਾਰ ਹੋ। ਮੁਖ ਪ੍ਰਸੰਨ ਰਹਿ ਬਿਕਸਿਓ ਸਦਾ। ਸ੍ਰੀ ਹਰਿ ਰਾਏ ਜੀ ਦਾ ਚਿਹਰਾ ਸਦਾ ਖਿਲਿਆ ਰਹਿੰਦਾ ਹੈ। ਧੀਰਜ ਸਹਿਤ ਗਹੀਰ ਸੁਰਿਦਾ। ਤੇ ਧੀਰਜਵਾਨ ਤੇ ਗਹਿਰ ਗੰਭੀਰ ਹਿਰਦਾ ਹੈ। ਸਭ ਸੋ ਬੋਲਤ ਮਿਰਧੁਲ ਸੁਭਾਉ। ਤੇ ਬੜੇ ਮਿੱਠੇ ਲਹਿਜੇ ਵਿੱਚ ਸਾਰਿਆਂ ਨਾਲ ਬੋਲਦੇ ਹਨ। ਮਤ ਸਰ ਆਦਿ ਕੁਤਰਕ ਨ ਕਾਉ। ਕੋਈ ਇਹਨਾਂ ਦੇ ਮਨ 'ਚ ਈਰਖਾ, ਕੋਈ ਵੈਰ ਵਿਰੋਧ ਤੇ ਕੋਈ ਕੁਤਰਕ ਨਹੀਂ ਹੈ। ਸੁਨ ਸਤਿਗੁਰ ਦੋਨੋਂ ਸਮਝਾਏ। ਇਸ ਤਰ੍ਹਾਂ ਜਦ ਮਹਾਰਾਜ ਜੀ ਕੋਲ ਇਹਨਾਂ ਦੋਹਾਂ ਭਾਈ ਜੋਧ ਰਾਏ ਤੇ ਬਾਬਾ ਭਾਨਾ ਜੀ ਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਦੋਹਾਂ ਨੂੰ ਸਮਝਾਉਂਦੇ ਹੋਏ ਇਹ ਬਚਨ ਆਖਿਆ। ਵੱਡ ਵਡਿਆਈ ਉਚਿਤ ਸੁਹਾਏ। ਮਹਾਰਾਜ ਕਹਿਣ ਲੱਗੇ ਜਿਹੜੀ ਵਡਿਆਈ ਹੈ ਨਾ ਉਹ ਵੱਡਿਆਂ ਨੂੰ ਦੇਣੀ ਹੀ ਉਚਿਤ ਬਣਦੀ ਹੈ। ਸਭ ਕੁਟੰਬ ਤੇ ਇਨਕੇ ਭਾਗ। ਸਾਰੇ ਪਰਿਵਾਰ ਨਾਲੋਂ ਜ਼ਿਆਦਾ ਇਹਨਾਂ ਦੇ ਭਾਗ ਸ੍ਰੀ ਹਰਿ ਰਾਏ ਜੀ ਦੇ। ਜਾਣੇ ਪਰ ਬੜੇ ਅਬ ਜਾਗ। ਔਰ ਲੱਗਦਾ ਉਹ ਹੁਣ ਵੱਡੇ ਭਾਗ ਇਹਨਾਂ ਦੇ ਜਾਗ ਪਏ। ਪਰਮਾਤਮਾ ਨੇ ਬਾਬਾ ਗੁਰਦਿੱਤਾ ਜੀ ਦੇ ਘਰ ਧੀਰਮਲ ਨੂੰ ਵੱਡਾ ਬਣਾ ਕੇ ਭੇਜਿਆ, ਪਰ ਸ਼ੁਭ ਗੁਣਾ ਨੇ, ਪ੍ਰੇਮ ਨੇ, ਮਿਠਾਸ ਨੇ, ਵਿਨਮਰਤਾ ਨੇ ਸ੍ਰੀ ਹਰਿ ਰਾਏ ਜੀ ਨੂੰ ਵੱਡਾ ਬਣਾ ਦਿੱਤਾ। ਭਾਗ ਜਾਗ ਕੇ ਅਸੀਂ ਕਹਿੰਦੇ ਹਾਂ ਵੀ ਫਲਾਣੇ ਦਾ ਜੈਕਪੋਟ ਨਿਕਲ ਆਇਆ, ਉਹਦੇ ਭਾਗ ਜਾਗ ਪਏ ਹਨ, ਉਹਦੀ ਕਿਸਮਤ ਖੁੱਲ ਗਈ ਹੈ, ਅਸੀਂ ਆਮ ਕਰਕੇ ਕਹਿ ਦਿੰਦੇ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਵੱਡੇ ਭਾਗ ਹਨ। ਵੱਡੇ ਗੁਰਨ ਸੰਗ ਪ੍ਰਿਥਿਆ ਦਵੈਸੀ। ਪਹਿਲੇ ਵੀ ਅਸੀਂ ਦੇਖਿਆ ਵੱਡੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸਾਡੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਜੀ ਦਵੈਸ ਰੱਖਦੇ ਰਹੇ। ਮਹਿ ਸੁਧਰਿਓ ਬੈ ਬੀਤੀ ਅਸੇਸੀ। ਸਾਰੀ ਉਮਰ ਲੰਘ ਗਈ ਪਰ ਸੁਧਰੇ ਨਹੀਂ ਬਾਬਾ ਪ੍ਰਿਥੀ ਚੰਦ, ਵਿਰੋਧ ਹੀ ਕਰਦੇ। ਇੱਕ ਵਾਰੀ ਉਹਨਾਂ ਨੂੰ ਲਕਵੇ ਦੀ ਬਿਮਾਰੀ ਹੋ ਗਈ ਸੀ ਬਾਬਾ ਪ੍ਰਿਥੀ ਚੰਦ ਜੀ ਨੂੰ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇਖਣ ਵਾਸਤੇ ਗਏ ਤੇ ਪ੍ਰਿਥੀ ਚੰਦ ਨੇ ਮੂੰਹ ਸਿੱਧਾ ਨਹੀਂ ਕੀਤਾ ਤੇ ਨਾ ਕੋਈ ਬੋਲ ਸਾਂਝਾ ਕੀਤਾ, ਬਸ ਹੂੰ ਹਾਂ ਕਰ ਛੱਡੀ ਤੇ ਮੂੰਹ ਪਿੱਛੇ ਨੂੰ ਕਰ ਛੱਡਿਆ ਵੀ ਮੈਂ ਤੈਨੂੰ ਦੇਖਣਾ ਵੀ ਨਹੀਂ। ਇਹਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਨੇ ਅਰਦਾਸ ਕੀਤੀ, ਹੇ ਪ੍ਰਭੂ ਤੇਰੇ ਚਰਨਾਂ 'ਚ ਅਰਦਾਸ ਹੈ, ਮੇਰਾ ਵੱਡਾ ਭਰਾ ਹੈ ਤੇ ਮੇਰੇ ਵੱਡੇ ਭਰਾ ਦੀ ਰੋਗ ਤੋਂ ਰਾਖੀ ਕਰੋ। ਤੇ ਉਸ ਭਾਵ ਦੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀਆਂ 'ਚ ਦਰਜ ਨੇ। ਪ੍ਰਭ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਤੁਸੀਂ ਜਿਤਨੇ ਬੈਠੇ ਹੋ ਨਾ, ਤੁਹਾਡੇ ਸਭ ਦੇ ਭੈਣ ਭਰਾ ਵੀ ਹੈਗੇ ਨੇ। ਇੱਕ ਵਾਰੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਆਪਣੇ ਮਨ ਹੀ ਮਨ ਆਖੋ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾਵਾਂ ਦੀ ਚੜ੍ਹਦੀ ਕਲਾ ਹੋਵੇ, ਮੇਰੇ ਭਰਾ ਦੇ ਬੱਚਿਆਂ ਦੀ ਚੜ੍ਹਦੀ ਕਲਾ ਹੋਵੇ, ਉਹਨਾਂ ਦਾ ਕਾਰੋਬਾਰ ਵਧੇ,
ਤੇ ਉਹਨਾਂ ਦੇ ਪਰਿਵਾਰ ਵਿੱਚ ਪਰਸਪਰ ਪਿਆਰ ਸਤਿਕਾਰ ਵਧੇ। ਇੱਕ ਵਾਰੀ ਅਰਦਾਸ ਰੂਪ ਵਿੱਚ ਇਹ ਪੰਕਤੀਆਂ ਸਾਰੇ ਇਕੱਠੀਆਂ ਪੜ੍ਹੀਏ। ਪ੍ਰਭ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ। ਤੇ ਥੋੜਾ ਜਿਹਾ ਪ੍ਰਯਾਸ ਵੀ ਹੋਵੇ, ਨਿਰੀ ਅਰਦਾਸ ਨਾ ਹੋਵੇ, ਪ੍ਰਯਾਸ ਵੀ ਹੋਵੇ, ਗੁਰੂ ਚਰਨਾਂ 'ਚ ਪ੍ਰਾਰਥਨਾ ਵੀ ਹੋਵੇ ਤੇ ਯਤਨ ਵੀ ਹੋਵੇ ਕਿ ਜੇ ਭਰਾ ਦੇ ਕੱਪੜੇ ਪੁਰਾਣੇ ਨੇ, ਨਵੇਂ ਨਹੀਂ ਬਣਾ ਸਕਦਾ, ਤੇ ਜੇ ਮੇਰੇ ਕੋਲ ਸਮਰੱਥਾ ਹੈ ਤੇ ਉਹਨੂੰ ਨਵੇਂ ਬਣਾ ਕੇ ਦੇਣ ਦਾ ਯਤਨ ਕਰੀਏ। ਮੇਰੇ ਕੋਲੋਂ ਹੀ ਜੈਕਾਰਾ ਬੀਬੀ ਜੀ ਨੇ ਬੁਲਾਇਆ, ਪਰ ਸਿੱਲਾ ਜਿਹਾ ਜੈਕਾਰਾ, ਮੈਨੂੰ ਹੀ ਨਹੀਂ ਸੁਣਿਆ, ਤੁਹਾਨੂੰ ਕਿਤੇ ਸੁਣਿਆ ਹੋਣਾ। ਜਦੋਂ ਬਾਹਰ ਕਣੀਆਂ ਕੁੜੀਆਂ ਪੈਂਦੀਆਂ ਨੇ ਨਾ, ਫਿਰ ਕਈ ਵਾਰੀ ਜੈਕਾਰਾ ਸਿੱਲਾ ਹੋ ਜਾਂਦਾ। ਇੱਕ ਸਾਰੇ ਗੱਜ ਕੇ ਬੁਲਾਓ ਵੱਡਾ ਜੈਕਾਰਾ। ਸਾਡੇ ਵੱਡੇ ਗੁਰੂਦੇਵ ਗੁਰੂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨਾਲ ਸਾਡੇ ਤਾਇਆ ਜੀ ਵੈਰ ਕਰਦੇ ਰਹੇ। ਮਹਾਰਾਜ ਕਹਿਣ ਲੱਗੇ ਭਾਈ ਭਾਨਾ ਜੀ ਨੂੰ, ਤੇ ਇਸ ਤਰ੍ਹਾਂ ਦੇ ਨਾਲ ਭਾਈ ਜੋਧ ਰਾਏ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੱਸਦੇ ਪਏ। ਇਹਦਾ ਮਤਲਬ ਹੈ ਇਤਿਹਾਸ ਹੋਇਆ ਨਾ ਉਹਨਾਂ ਦਾ, ਆਪਣਾ ਇਤਿਹਾਸ ਆਪ ਸੁਣਾਉਂਦੇ ਪਏ। ਤੇ ਸਾਧ ਸੰਗਤ, ਜੇ ਸਤਿਗੁਰੂ ਖੁਦ ਪਾਤਸ਼ਾਹ ਆਪਣਾ ਇਤਿਹਾਸ ਸੁਣਾਉਂਦੇ ਨੇ, ਤੇ ਸਿੱਖ ਨੂੰ ਤੇ ਆਪਣੇ ਘਰ ਵਿੱਚ ਬਾਰ-ਬਾਰ ਗੁਰੂ ਦਾ ਇਤਿਹਾਸ ਸੁਣਾਉਣਾ ਚਾਹੀਦਾ। ਇਹ ਮਹਾਂਪੁਰਖ ਬੈਠੇ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲਿਆਂ ਦੇ ਅੱਗੋਂ ਸੇਵਕ ਹਨ। ਪ੍ਰੇਮ ਨਾਲ ਭਿੱਜਿਆ ਹੋਇਆ ਹਿਰਦਾ ਹੈ। ਇਹ ਸਾਸਾ ਮੂਸਾ ਤੋਂ ਗੁਰਮੁਖ ਪਿਆਰੇ ਬੈਠੇ ਹੋਏ ਨੇ। ਹੁਣੇ ਅਰਦਾਸ ਹੋਈ ਇਹਨਾਂ ਬਾਰੇ, ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਹ ਸਾਰਾ ਇਤਿਹਾਸ ਦਾ ਜ਼ਿਕਰ ਹੈ। ਜਦ ਅਸੀਂ ਸੰਤ ਬਾਬਾ ਕਰਤਾਰ ਸਿੰਘ ਜੀਆਂ ਦਾ ਜ਼ਿਕਰ ਕਰਦੇ ਹਾਂ, ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹਾਂ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਸੰਤ ਬਾਬਾ ਆਨੰਦ ਸਿੰਘ ਜੀ ਦਾ ਜ਼ਿਕਰ ਕਰਦੇ ਹਾਂ। ਇਹ ਸਾਰਾ ਇਤਿਹਾਸ ਹੈ ਸਾਧ ਸੰਗਤ। ਤੇ ਸਤਿਗੁਰੂ ਖੁਦ ਆਪਣਾ ਇਤਿਹਾਸ ਜੇ ਸੁਣਾ ਰਹੇ ਨੇ ਸਿੱਖਾਂ ਨੂੰ, ਤੇ ਫਿਰ ਸਿੱਖ ਨੂੰ ਤੇ ਗੁਰੂ ਦਾ ਇਤਿਹਾਸ ਸੁਣਾਉਣਾ ਹੀ ਚਾਹੀਦਾ। ਆਖਣ ਲੱਗੇ ਸਾਡੇ ਪਿਤਾ ਹਜ਼ੂਰ ਵੱਡੇ ਗੁਰੂਦੇਵ ਗੁਰੂ ਅਰਜਨ ਦੇਵ ਜੀ ਨਾਲ ਸਾਡੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਵੈਰ ਕਰਦੇ ਰਹੇ। ਨਹਿ ਸੁਧਰਿਓ ਬੈ ਬੀਤੀ ਅਸੇਸੀ। ਸਾਰੀ ਉਮਰ ਲੰਘ ਗਈ ਪਰ ਸੁਧਰੇ ਨਹੀਂ। ਉਹਨਾਂ ਦੇ ਹੱਕ ਵਿੱਚ ਨਹੀਂ ਆਏ, ਵਿਰੋਧ ਵਿੱਚ ਹੀ ਰਹੇ। ਸਾਧ ਸੰਗਤ, ਜਿਹੜਾ ਕੰਡਾ ਹੁੰਦਾ ਹੈ ਨਾ, ਉਹਨੂੰ ਭਾਵੇਂ ਮਖਮਲੀ ਬਿਸਤਰੇ ਤੇ ਰੱਖ ਦਿਓ, ਤੇ ਤੁਸੀਂ ਸੋਚੋ ਬਈ ਬੜਾ ਮਖਮਲੀ ਬਿਸਤਰਾ ਹੈ, ਤੇ ਹੁਣ ਇਹਦੇ ਤੇ ਪੈਰ ਰੱਖ ਲੈਨੇ, ਉਹਨੇ ਮਖਮਲੀ ਬਿਸਤਰੇ ਤੇ ਵੀ ਚੁੱਭੀ ਜਾਣਾ, ਉਹਦਾ ਸੁਭਾਅ ਹੀ ਚੁੱਭਣਾ। ਇਸ ਤਰ੍ਹਾਂ ਕੁਝ ਬੰਦੇ ਹੁੰਦੇ ਨੇ ਜਿਹੜੇ ਹਰ ਵੇਲੇ ਚੁੱਭਣ ਵਾਲੀ ਗੱਲ ਕਰਨਗੇ। ਕਿੰਨਾ ਹੀ ਚੰਗਾ ਕੰਮ ਹੋਵੇ, ਉਹਨਾਂ ਚੁੱਭਣਾ ਹੀ ਹੁੰਦਾ। ਤੇ ਕਈ ਤਾਂ ਸਾਧ ਸੰਗਤ, ਚਲੋ ਕੰਡਾ ਤਾਂ ਫੇਰ ਵੀ ਚੰਗਾ ਹੈ ਬਈ, ਜੇ ਉਹਦੇ ਤੇ ਕੋਈ ਪੈਰ ਰੱਖੇ, ਉਹਦੇ ਲਾਗੇ ਜਾਏ, ਤੇ ਉਹ ਤਾਂ ਹੀ ਚੁੱਭਦਾ, ਘਰ ਬੈਠਿਆਂ ਨੂੰ ਤਾਂ ਨਹੀਂ ਚੁੱਭਦਾ। ਪਰ ਜਿਨ੍ਹਾਂ ਦੀ ਜ਼ਬਾਨ ਕੰਡਿਆਂ ਵਰਗੀ ਹੁੰਦੀ ਹੈ ਨਾ, ਜਿਨ੍ਹਾਂ ਦਾ ਹਿਰਦਾ ਕੰਡਿਆਂ ਵਰਗਾ ਹੁੰਦਾ, ਉਹ ਦੂਜਿਆਂ ਨੂੰ ਉਹਨਾਂ ਦੇ ਘਰ ਬੈਠਿਆਂ ਨੂੰ ਹੀ ਚੁੱਭੀ ਜਾਂਦੇ ਨੇ ਜਾ ਕੇ। ਇਹੋ ਜਿਹੇ ਵੀ ਬੰਦੇ ਹੁੰਦੇ। ਇਹ ਤਾਂ ਕੰਡੇ ਨਾਲ ਵੀ ਅੱਗੇ ਲੰਘੇ ਹੋਏ ਨੇ। ਇਹ ਮਹਾਕੰਟਕ ਨੇ, ਕਾਲ ਕੰਟਕ ਨੇ। ਤੇ ਸਤਿਗੁਰੂ ਕਿਸੇ ਨੂੰ ਕਿਸੇ ਪ੍ਰਤੀ ਕਾਲ ਕੰਟਕ ਬਣਨ ਨਾ ਦੇਵੇ। ਇਹ ਮੰਗਣਾ ਚਾਹੀਦਾ ਹੈ ਕਿ ਹੇ ਗੁਰੂ, ਬਾਕੀਆਂ ਨੂੰ ਵੀ ਬਚਾ, ਪਰ ਕਮ ਅਜ਼ ਕਮ ਮੈਨੂੰ ਤੇ ਕਿਸੇ ਲਈ ਕਾਲ ਕੰਟਕ ਨਾ ਬਣਨ ਦੇ। ਮੌਤ ਵਰਗਾ ਕੰਡਾ
ਨਾ ਬਣਨ ਦੇ, ਮੇਰੇ ਜੀਵਨ ਵਿੱਚ ਇਹ ਗੱਲ ਨਾ ਆਵੇ। ਤੇ ਸਾਨੂੰ ਇਹ ਆਪਣਾ ਇਤਿਹਾਸ ਪੜ੍ਹ ਕੇ ਬੋਧ ਹੁੰਦਾ ਹੈ, ਪਤਾ ਚੱਲਦਾ ਹੈ। ਤਥਾ ਧੀਰ ਮਲ ਮਤ ਸਰ ਧਰ ਤਰ। ਉਸੇ ਤਰ੍ਹਾਂ ਜਿਵੇਂ ਸਾਡੇ ਵੱਡੇ ਗੁਰੂਦੇਵ, ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ, ਪਹਿਲੇ ਸਾਡੇ ਦਾਦਾ ਹਜ਼ੂਰ ਗੁਰੂ ਰਾਮਦਾਸ ਜੀ ਨਾਲ, ਫਿਰ ਪਿਤਾ ਹਜ਼ੂਰ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦੇ ਰਹੇ, ਐਸੇ ਤਰ੍ਹਾਂ ਹੀ ਧੀਰਮਲ ਵੀ ਈਰਖਾ ਕਰਦਾ ਹੈ। ਨਹਿ ਸੁਧਰਿਓ ਬੈ ਬੀਤੀ ਅਸੇਸੀ। ਸਾਰੀ ਉਮਰ ਲੰਘ ਗਈ ਤੇ ਧੀਰਮਲ ਹੈ ਪ੍ਰਿਥੀ ਚੰਦ ਜੀ ਨਾ ਸੁਧਰੇ। ਹੋਏ ਅਤੀਰਜ ਹੇਰੈ ਜਰ ਜਰ। ਬਹੁਤ ਅਧੀਰਜ ਹੋ ਕੇ ਤੇ ਸੜ ਸੜ ਕੇ ਵੇਖਦੇ। ਹੁਣ ਸਾਧ ਸੰਗਤ ਕਿਸੇ ਨੂੰ ਕੋਈ ਬਿਮਾਰੀ ਹੋਵੇ ਤੇ ਵੈਦ ਮਿਟਾ ਸਕਦਾ, ਕੋਈ ਭੁੱਖ ਨੰਗ ਹੋਵੇ, ਚਲੋ ਕੋਈ ਰਿਸ਼ਤੇਦਾਰ, ਕੋਈ ਸਰਬੰਧੀ, ਕੋਈ ਰੱਬ ਵਰਗਾ ਹਿਰਦਾ ਰੱਖਣ ਵਾਲਾ, ਕੋਈ ਦਾਨੀ ਮਿਟਾ ਦਿੰਦਾ। ਪਰ ਸਾਧ ਸੰਗਤ ਘਰ ਨੂੰ ਅੱਗ ਲੱਗ ਜਾਏ, ਆਂਢ ਗੁਆਂਢ ਪਾਣੀ ਪਾ ਕੇ ਅੱਗ ਨੂੰ ਬੁਝਾ ਦਿੰਦਾ, ਪਰ ਰੱਬ ਨਾ ਕਰੇ ਕਿਸੇ ਦੇ ਹਿਰਦੇ ਨੂੰ ਈਰਖਾ ਦੀ ਅੱਗ ਲੱਗ ਜਾਏ, ਰੱਬ ਵੀ ਨਹੀਂ ਬੁਝਾ ਸਕਦਾ। ਉਹ ਆਪਣੀ ਅੱਗ ਵਿੱਚ ਸੜਦਾ ਹੀ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ, ਹੋਏ ਅਧੀਰਜ ਹੇਰੈ ਜਰ ਜਰ। ਦੇਖ ਦੇਖ ਕੇ ਸੜਦੇ ਹਨ। ਇਸੀ ਮਨਿੰਦੇ ਖੋਟ ਬੋ ਬੋਵੈ। ਐਸੇ ਤਰ੍ਹਾਂ ਜਿਵੇਂ ਬਾਬਾ ਪ੍ਰਿਥੀ ਚੰਦ ਕਰਦੇ ਰਹੇ, ਉਸੇ ਤਰ੍ਹਾਂ ਹੀ ਧੀਰਮਲ ਕਰਦੇ ਹਨ। ਇਸੇ ਤਰ੍ਹਾਂ ਅੰਦਰ ਖੋਟ ਹੋਰ ਵੱਧ ਜਾਂਦੀ ਹੈ। ਗੁਰ ਕਰਤੇ ਨਿਆਰੋ ਤਿਮ ਹੋਵੈ। ਐਸੇ ਤਰ੍ਹਾਂ ਪ੍ਰਿਥੀ ਚੰਦ ਵਾਂਗੂ ਹੀ ਧੀਰਮਲ ਵੀ ਗੁਰੂ ਘਰ ਤੋਂ ਵੱਖਰਾ ਹੋ ਗਿਆ। ਗੁਰੂ ਨਾ ਕਰੇ ਸਾਧ ਸੰਗਤ, ਕੂੰਜ ਵੀ ਆਪਣੀ ਡਾਰ ਤੋਂ ਵਿਛੜ ਜਾਏ ਨਾ ਤੇ ਰੋ ਰੋ ਮਰ ਜਾਂਦੀ। ਸਾਧ ਸੰਗਤ ਇਹ ਦਾਗ ਕਿਸੇ ਦੇ ਮੱਥੇ ਤੇ ਨਾ ਲੱਗ ਜਾਏ ਵੀ ਉਹ ਗੁਰੂ ਪੰਥ ਤੋਂ ਵਿਛੜ ਜਾਏ। ਗੁਰੂ ਘਰ ਵਿੱਚ ਸਭ ਤੋਂ ਵੱਡੀ ਸਜ਼ਾ ਪਤਾ ਕੀ ਹੈ? ਤਨਖਾਹੀਆ ਹੋ ਜਾਣਾ। ਤੇ ਤਨਖਾਹੀਆ ਕੀ ਹੈ? ਬਈ ਇਹ ਗੁਰੂ ਦੀ ਸੰਗਤ ਵਿੱਚ ਨਹੀਂ ਆ ਸਕਦਾ, ਇਹਨੂੰ ਕੋਈ ਸੰਗਤ ਮੂੰਹ ਨਾ ਲਾਵੇ, ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਕੋਈ ਨਾ ਕਰੇ। ਤੇ ਐਸਾ ਮਨੁੱਖ ਤੜਪ ਤੜਪ ਕੇ ਉਹਦਾ ਸਮਾਂ ਲੰਘਦਾ। ਬੜੇ ਬੜੇ ਤੁਹਾਨੂੰ ਦਿਖਣਗੇ ਜਿਹੜੇ ਵਿਛੜ ਗਏ ਤੇ ਫਿਰ ਉਹਨਾਂ ਨੂੰ ਮਿਲਣਾ ਹੀ ਪਿਆ, ਅਦਰਵਾਈਜ਼ ਉਹ ਰਹਿ ਨਹੀਂ ਸਕੇ। ਉਹਨਾਂ ਦਾ ਜੀਵਣਾ ਮੁਸ਼ਕਲ ਹੋ ਗਿਆ। ਉਹਨਾਂ ਦਾ ਇੱਕ ਇੱਕ ਪਲ ਦੁੱਖਾਂ ਭਰੇ ਅੱਗ ਭਰੇ ਨਰਕ ਵਾਂਗੂ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਹੋਰ ਖੋਟ ਵੱਧ ਜਾਂਦੀ ਹੈ। ਸ੍ਰੀ ਪਰਮੇਸ਼ਰ ਇਮ ਹੀ ਪਾਵੈ। ਪਰ ਕੀ ਕਰੀਏ, ਪਰਮਾਤਮਾ ਨੂੰ ਇੰਜ ਹੀ ਚੰਗਾ ਲੱਗਦਾ। ਜਿਹੜੇ ਈਰਖਾਲੂ ਹੁੰਦੇ ਨੇ ਉਹ ਸੜ ਸੜ ਕੇ ਹੀ ਮਰਦੇ, ਤੇ ਜਿਹੜੇ ਦਿਆਲੂ ਹੁੰਦੇ ਨੇ ਉਹ ਦਾਨ ਕਰ ਕਰਕੇ ਪ੍ਰਸੰਨ ਹੁੰਦੇ। ਰੱਬ ਨੂੰ ਇੰਜ ਹੀ ਚੰਗਾ ਲੱਗਦਾ ਹੈ। ਸਭ ਮੈਂ ਹਰੀ ਰਾਏ ਬੜੀ ਆਵੈ। ਇਸ ਤਰ੍ਹਾਂ ਸਾਰਿਆਂ ਵਿੱਚੋਂ ਵਡਿਆਈ ਤਾਂ ਹਰੀ ਰਾਏ ਜੀ ਦੀ ਹੈ। ਤੇ ਹਰੀ ਰਾਜਾ ਹੈ ਜਿਹੜਾ ਉਹ ਸਾਰਿਆਂ ਨੂੰ, ਸ਼ੁਭ ਹਿਰਦਿਆਂ ਨੂੰ ਵਡਿਆ ਦਿੰਦਾ ਹੈ। ਨਹੀਂ ਅਪਰ ਕੇ ਹੈ ਕੁਛ ਹਾਥ। ਤੇ ਹਰੀ ਰਾਏ ਤੋਂ ਬਿਨਾ, ਪ੍ਰਭੂ ਰਾਜੇ ਤੋਂ ਬਿਨਾ ਹੋਰ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ। ਕਰਹਿ ਕਰਾਵਹਿ ਸ੍ਰੀ ਜਗਨਨਾਥ। ਸਭ ਕੁਝ ਜਗਤ ਦੇ ਮਾਲਕ ਪਾਰ ਬ੍ਰਹਮ ਪਰਮੇਸ਼ਵਰ ਹੀ ਕਰ ਰਿਹਾ ਹੈ। ਆਜ ਲਗਹਿ ਸਗਰੋ ਦਰਬਾਰਾ। ਮਹਾਰਾਜ ਕਹਿਣ ਲੱਗੇ, ਅੱਜ ਸਾਰਾ ਦਰਬਾਰ ਲੱਗੇਗਾ, ਸਾਰੀ ਸੰਗਤ ਬੈਠੇਗੀ। ਬੈਠਾ ਰੋ ਇਨ ਸਭਾ ਮਜਾਰਾ। ਤੇ ਸਾਰੀ ਸੰਗਤ ਬੈਠੇਗੀ ਤੇ ਸ੍ਰੀ ਹਰਿ ਰਾਏ ਜੀ ਨੂੰ, ਜੋ ਉਮਰ ਵਿੱਚ ਛੋਟੇ ਪਰ ਗੁਣਾ ਵਿੱਚ ਵੱਡੇ ਹਨ, ਇਹਨਾਂ ਨੂੰ ਉੱਥੇ ਬਿਠਾਓ। ਦੇਹੁ ਦਸਤਾਰ ਬੰਧਾਵਨ ਕੀਜੈ। ਪਿਤਾ ਦੀ ਦਸਤਾਰ ਇਹਨਾਂ ਨੂੰ ਬਣਾ ਦੇਵੋ। ਵਡਿਆਈ ਸਭ ਮਹਿ ਦਿਖਰੀਜੈ। ਤੇ ਸਾਰੇ ਜਗਤ ਵਿੱਚ ਇਹਨਾਂ ਦੀ ਸਭ ਤੋਂ ਵਡਿਆਈ ਦਿਖ ਜਾਵੇ, ਦਿਖਾ ਦੇਵੋ। ਸੁੰਦਰ ਪਰਮਾਨੰਦ ਤਬ ਆਏ। ਭਾਈ ਸੁੰਦਰ ਜੀ, ਭਾਈ ਪਰਮਾਨੰਦ ਜੀ ਮਹਾਰਾਜ ਜੀ ਦੇ ਅਨੰਨ ਸਿੱਖ ਨੇ।
ਇਤਨੇ ਨੂੰ ਉਹ ਵੀ ਆ ਗਏ ਹਨ। ਸਾਦਰ ਆਪਣੇ ਨਿਕਟ ਬਿਠਾਏ। ਉਹ ਬੜੇ ਸਾਦਰ ਮਹਾਰਾਜ ਜੀ ਦੇ ਚਰਨਾਂ ਤੇ ਝੁਕੇ ਤੇ ਮਹਾਰਾਜ ਨੇ ਵੀ ਉਹਨਾਂ ਨੂੰ ਆਦਰ ਦਿੰਦੇ ਹੋਏ ਆਪਣੇ ਕੋਲ ਬਿਠਾਇਆ। ਦੂਜੇ ਦਾ ਤੂੰ ਸੁਤ ਨ ਆਇਓ। ਤੇ ਮਹਾਰਾਜ ਪੁੱਛਣ ਲੱਗੇ ਭਾਈ ਸੁੰਦਰ ਜੀ ਨੂੰ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਤੇ ਮਹਾਰਾਜ ਪੁੱਛਣ ਲੱਗੇ ਵੀ ਦਾਤੂ ਕਿਉਂ ਨਹੀਂ ਆਇਆ? ਕਹਾਂ ਕਾਜ ਜਿਸ ਮਹਿ ਬਿਰਮਾਇਓ। ਔਰ ਕਿਸ ਕਿਸ ਕੰਮ ਵਿੱਚ ਉਲਝ ਗਿਆ ਹੈ? ਸੁਨ ਗੁਰ ਤੇ ਸਭ ਵਿਖੈ ਬਤਾਵਾ। ਸਾਰਿਆਂ ਵਿੱਚ ਭਾਈ ਪਰਮਾਨੰਦ ਜੀ ਤੇ ਬਾਬਾ ਸੁੰਦਰ ਜੀ ਨੇ ਦੱਸਿਆ। ਧੀਰ ਮਲ ਜਿਮ ਚਹਤ ਹਟਾਵਾ। ਆਖਿਆ ਸੱਚੇ ਪਾਤਸ਼ਾਹ ਉਹ ਧੀਰਮਲ ਦੀ ਸੰਗਤ ਵਿੱਚ ਬਹਿ ਗਿਆ ਤੇ ਧੀਰਮਲ ਨੇ ਉਹਨੂੰ ਦੂਰ ਕਰ ਛੱਡਿਆ। ਸਾਧ ਸੰਗਤ ਟੁੱਟਿਆ ਹੋਇਆ ਤੋੜਨ ਦਾ ਹੀ ਕੰਮ ਕਰਦਾ, ਜੁੜਿਆ ਹੋਇਆ ਜੋੜਨ ਦਾ ਕੰਮ ਕਰਦਾ। ਇਹ ਜਿੰਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਪਵਿੱਤਰ ਕਲਿਆਣਕਾਰੀ ਬਾਣੀ ਨਾਲੋਂ ਤੋੜਦੇ ਨੇ, ਸਾਰੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਹੋਏ ਤੇ ਜੋੜਨ ਵਾਲੇ ਜੁੜੇ ਹੋਏ ਜੋੜਦੇ ਨੇ। ਬਈ ਜੁੜ ਕੇ ਰਹਿਣਾ। ਗੁਰੂ ਦੀ ਨਿੰਦਿਆ, ਗੁਰਬਾਣੀ ਦੀ ਨਿੰਦਿਆ, ਗੁਰੂ ਇਤਿਹਾਸ ਦੀ ਨਿੰਦਿਆ, ਗੁਰਬਾਣੀ ਗੁਰੂ ਇਤਿਹਾਸ ਪੜ੍ਹਨ ਵਾਲਿਆਂ ਦੀ ਨਿੰਦਿਆ, ਸੁਣਾਉਣ ਵਾਲਿਆਂ ਦੀ ਨਿੰਦਿਆ, ਸੁਣਨ ਵਾਲਿਆਂ ਦੀ ਨਿੰਦਿਆ। ਕੀਤਾ ਕਿ ਜਾਏ ਇਹਨਾਂ ਦੀ ਝੋਲੀ ਨਿੰਦਕਾਂ ਦੀ ਨਿੰਦਿਆ ਦੀ ਕਾਲਖ ਨਾਲੀ ਭਰੀ ਹੋਈ, ਮੂੰਹ ਇਹਨਾਂ ਦਾ ਕਾਲਾ ਹੋ ਜਾਂਦਾ। ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ, ਨਰਕੇ ਘੋਰ ਪਵਨ। ਇਹ ਦਿਨ ਰਾਤ ਕਲੇਸ਼ ਪਾਉਣ ਤੇ ਹੀ ਰਹਿਣਗੇ। ਹਮਨੇ ਕਪਟ ਜਾਣਤ ਹੈ ਲੀਨ। ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਦੇਖਿਆ ਵੀ ਦਾਤੂ ਜੀ ਦਾ ਹਿਰਦਾ ਕਪਟ ਵਿੱਚ ਹੈ। ਕਹਿਓ ਬਹੁਤ ਨ ਮਾਨਿਓ ਛੀਨ। ਅਸੀਂ ਬਤੇਰਾ ਕਿਹਾ ਵੀ ਚਲੋ ਮਹਾਰਾਜ ਜੀ ਦੇ ਘਰ ਚੱਲੀਏ, ਪਰ ਉਹ ਮੰਨਿਆ ਨਹੀਂ ਹੈ ਥੋੜਾ ਜਿੰਨਾ ਵੀ। ਨਿਸਮੈ ਦਾਤੂ ਸੁਤ ਸਮਝਾਇਓ। ਰਾਤ ਵੇਲੇ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ ਕਿ ਨਿਸਮੈ ਦਾਤੂ ਸੁਤ ਸਮਝਾਇਓ। ਦਾਤੂ ਦੇ ਪੁੱਤਰ ਨੇ ਵੀ ਸਮਝਾਇਆ। ਚਤੁਰਾਈ ਛਲ ਸਾਥ ਹਟਾਇਓ। ਪਰ ਚਤੁਰਾਈ ਕਰਕੇ ਛਲ ਕਰਕੇ ਦੂਰ ਕਰ ਦਿੱਤਾ। ਨਿਕਟ ਆਪਨੇ ਰਾਖਿਓ ਤਾਹੇ। ਧੀਰਮਲ ਨੇ ਛਲ ਕਰਕੇ ਕਪਟ ਕਰਕੇ ਤੇ ਆਪਣੇ ਕੋਲ ਰੱਖ ਲਿਆ, ਤੁਹਾਡੇ ਤੋਂ ਤੋੜ ਦਿੱਤਾ। ਮੁਝ ਤੇ ਬਿਨ ਕਹਿ ਕੇ ਢਿਗ ਜਾਹੇ। ਤੇ ਉਸਨੇ ਕਿਹਾ ਵੀ ਮੇਰੇ ਬਿਨਾ ਹੋਰ ਕਿਸੇ ਤੂੰ ਥਾਂ ਨਹੀਂ ਜਾਣਾ। ਵੱਡੋ ਪੁੱਤਰ ਮੈਂ ਉਚਿਤ ਵਡਾਈ। ਮੈਂ ਵੱਡਾ ਪੁੱਤਰ ਹਾਂ ਗੁਰੂ ਸਾਹਿਬ ਦੇ ਪੁੱਤਰ ਦਾ, ਤੇ ਮੇਰੀ ਵਡਿਆਈ ਉਚਿਤ ਹੈ। ਨਿਕਟ ਗ੍ਰੰਥ ਤੇ ਲਈ ਗੁਰਾਈ। ਮੇਰੇ ਕੋਲ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਉਸ ਵੇਲੇ ਕੋਲ ਸੀ ਉਹਦੇ, ਤੇ ਮੈਂ ਗੁਰਿਆਈ ਦਾ ਮਾਲਕ ਹਾਂ। ਹੈ ਪਿਤਾ ਮਾਂ ਕੇ ਤਕ ਦਿਨ ਕੇ। ਨਾਲੇ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਕਿੰਨਾ ਕੁ ਹੋਰ ਜੀਣਗੇ, ਤੇ ਹੋਰ ਕੋਈ ਹੈ ਨਹੀਂ ਮੇਰੇ ਬਿਨਾ ਵੱਡਾ, ਤੇ ਮੈਂ ਹੀ ਗੁਰਿਆਈ ਦਾ ਮਾਲਕ ਹਾਂ। ਮੈਂ ਪੁਜਵਾਵ ਪੁਨ ਗੁਰ ਬਨ ਕੇ। ਮੈਂ ਫਿਰ ਆਪਣੀ ਗੁਰੂ ਬਣ ਕੇ ਪੂਜਾ ਕਰਵਾਵਾਂਗਾ। ਹੋ ਨ ਹਟਾਇ ਸਕੈ ਗੁਰਿਆਈ। ਮੇਰੀ ਗੁਰਿਆਈ ਕੋਈ ਮੇਰੇ ਕੋਲੋਂ ਖੋ ਨਹੀਂ ਸਕਦਾ। ਗ੍ਰੰਥੀ ਪ੍ਰਤਾਪ ਸਾਥ ਮੈਂ ਪਾਈ। ਮੇਰੇ ਕੋਲ ਬਾਣੀ ਦਾ ਗ੍ਰੰਥ ਉਹ ਅੱਜ ਵੀ ਕਰਤਾਰਪੁਰ ਧੀਰਮਲੀਆਂ ਦੇ ਕੋਲ ਹੈਗਾ। ਭਾਵੇਂ ਉਹ ਗ੍ਰੰਥ ਮਹਾਰਾਜ ਜੀ ਦੀ ਬਾਣੀ ਜਿਹਦੇ 'ਚ ਲਿਖੀ ਹੋਈ ਹੈ ਕਰਤਾਰਪੁਰ ਹੈਗਾ, ਪਰ ਗੁਰੂ ਤੇ ਉਹ ਸੋਢੀ ਨਹੀਂ ਨਾ ਹੈਗੇ। ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਗੁਰਤਾ ਦੀ ਵਡਿਆਈ ਤਾਂ ਖਾਲਸੇ ਪੰਥ ਕੋਲ ਹੈ। ਜੇ ਕੋਈ ਆਖੇ ਮੈਂ ਬਾਣੀ ਪੜ੍ਹ ਕੇ ਜਾਂ ਪੜ੍ਹਾ ਕੇ ਜਾਂ ਸੁਣ ਕੇ ਜਾਂ ਸੁਣਾ ਕੇ ਗੁਰੂ ਬਣ ਗਿਆ, ਤੇ ਹੁਣ ਚੌਰ ਮੇਰੇ ਤੇ ਹੀ ਝੁਲਾਓ, ਉਹਦੇ ਵਰਗਾ ਮੂਰਖ ਦੁਨੀਆ ਤੇ ਕੋਈ ਨਹੀਂ ਹੈਗਾ। ਇਹ ਕਹਿੰਦਾ ਪਿਆ ਵੀ ਮੈਂ ਗੁਰੂ ਹਾਂ, ਮੈਂ ਵੱਡਾ ਹਾਂ। ਇਹ ਪਿਤਾ ਮਾਂ ਕਿਤਕ ਦਿਨ ਕੇ। ਮੇਰੇ ਪਿਤਾ ਪੜਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਹੁਣ ਕਿੰਨੀ ਕੁ ਬਚੀ ਹੋਈ, ਉਹਨਾਂ ਤੋਂ ਬਾਅਦ ਮੈਂ ਹੀ ਹਾਂ। ਮੈਂ ਪੁਜਵਾਵੋ ਪੁਨ ਗੁਰ ਬਨ ਕੇ। ਗੁਰੂ ਬਣ ਕੇ ਮੈਂ ਆਪਣੀ ਪੂਜਾ ਕਰਾਂਗਾ ਤੇ ਤੇਰੀ ਵੀ ਕਰਵਾ ਦੇਵਾਂਗਾ। ਦਾਤੂ ਨੂੰ ਕਹਿ ਕੇ
ਵਰਗਲਾ ਲਿਆ ਹੈ। ਹੋ ਨ ਹਟਾਏ ਸਕੈ ਗੁਰਿਆਈ, ਮੈਨੂੰ ਗੁਰਿਆਈ ਤੋਂ ਕੌਣ ਵਰਜੇਗਾ। ਗ੍ਰੰਥ ਪ੍ਰਤਾਪ ਸਾਥੁ ਮੈਂ ਪਾਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਮੇਰੇ ਕੋਲ ਬੀੜ ਹੈ। ਇਤਿਆਦ ਕਿਬਾ ਕਰਨ ਕੋ ਕਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਉਹਨੇ ਗੱਲਾਂ ਕੀਤੀਆਂ ਹਨ। ਭਾਈ ਬਾਬਾ ਸੁੰਦਰ ਜੀ ਪਰਮਾਨੰਦ ਜੀ ਦੱਸ ਰਹੇ ਹਨ। ਗਰਭ ਵਿਸਾਲ ਹਿਰਦੈ ਜਿਸ ਅਹੈ, ਮਹਾਰਾਜ ਸੱਚੇ ਪਾਤਸ਼ਾਹ ਬੜਾ ਹੰਕਾਰ ਹੈ ਧੀਰਮਲ ਦੇ ਮਨ ਵਿੱਚ। ਸੁਨ ਭਾਨਾ ਸਾਹਿਬ ਤੇ ਆਦ, ਇਸ ਤਰ੍ਹਾਂ ਭਾਨਾ ਸਾਹਿਬ ਤੋਂ ਅਤੇ ਆਦਿਕ ਸਿੱਖਾਂ ਤੋਂ ਸੁਣ ਕੇ ਕਪਟ ਜਾਨ ਤਿਸ ਭੇ ਬਿਸਮਾਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਸਮਾਦ ਹੋ ਰਹੇ। ਉਹਦਾ ਕਪਟ ਧੀਰਮਲ ਦਾ ਜਾਣ ਕੇ ਸੁਣ ਕੇ ਦੇਖੋ ਕਹਾਂ ਦ્વੈਸ ਉਪਜਾਇਓ। ਔਰ ਇਸ ਤਰ੍ਹਾਂ ਮਨ ਵਿੱਚ ਸੋਚਦੇ ਵੀ ਦੇਖੋ ਕਿਵੇਂ ਦ્વੈਸ ਪੈਦਾ ਹੋਈ ਹੈ ਅੰਦਰ। ਮਨ ਮਤ ਤੇ ਨਿਜ ਗੁਰੂ ਬਣਾਇਓ, ਤੇ ਖੋਟੀ ਮਤ ਕਰਕੇ ਆਪਣੇ ਆਪ ਨੂੰ ਹੀ ਗੁਰੂ ਕਹਿ ਰਿਹਾ ਹੈ। ਹਿਮ ਸੁਨ ਕੈ ਨਿਸਚੈ ਸਭ ਧਾਰਾ, ਇਸ ਤਰ੍ਹਾਂ ਸੁਣ ਕੇ ਸਾਰਿਆਂ ਨੂੰ ਭਰੋਸਾ ਬਣ ਗਿਆ। ਸ੍ਰੀ ਹਰਿ ਰਾਏ ਦੇਹ ਦਸ ਤਾਰਾ। ਮਹਾਰਾਜ ਜੀ ਦੇ ਕੋਲੋਂ ਇਹ ਬੋਲ ਸੁਣ ਕੇ ਤੇ ਸਾਰਿਆਂ ਨੂੰ ਭਰੋਸਾ ਬਣ ਗਿਆ ਬਈ ਹੁਣ ਦਸਤਾਰ ਸ੍ਰੀ ਹਰਿ ਰਾਏ ਜੀ ਨੂੰ ਹੀ ਮਿਲਣੀ ਹੈ। ਅੰਤਰ ਬਹਿਰ ਪ੍ਰਗਟ ਤਬ ਭਈ, ਇਹ ਗੱਲ ਸਾਰੇ ਥਾਈਂ ਜਾਣੀ ਗਈ। ਵਡਿਆਈ ਲਘੂ ਸੁਤ ਕੋ ਦਈ, ਬਈ ਛੋਟੇ ਪੁੱਤਰ ਨੂੰ ਵਡਿਆਈ ਮਿਲੇਗੀ। ਸਾਧ ਸੰਗਤ ਵਡਿਆਈ ਛੋਟਿਆਂ ਨੂੰ ਹੀ ਮਿਲਦੀ ਹੈ। ਵੱਡੇ ਤੇ ਪਹਿਲਾਂ ਹੀ ਵੱਡੇ ਬਣੇ ਹੁੰਦੇ। ਇਸ ਕਰਕੇ ਸਿੱਖ ਕਦੀ ਵੱਡਾ ਨਹੀਂ ਬਣਦਾ। ਬੜਾ ਸੋਹਣਾ ਇੱਕ ਵਿਦਵਾਨ ਸ਼ਾਇਰ ਦਾ ਕਥਨ ਹੈ। ਉਹ ਕਹਿੰਦਾ ਖੁਦਾ ਛੋਟੋਂ ਕੋ ਬੜਾਈ ਦੇਤਾ ਹੈ। ਜਿਹੜੇ ਛੋਟੇ ਹੁੰਦੇ ਨਾ ਉਹਨਾਂ ਨੂੰ ਵੱਡਾ ਕਰਦਾ। ਖੁਦਾ ਛੋਟੋਂ ਕੋ ਬੜਾਈ ਦੇਤਾ ਹੈ ਆਂਖ ਕੇ ਤਿਲ ਮੇ। ਇਹ ਜਿਹੜਾ ਰੈਟੀਨਾ ਹੈ ਨਾ ਅੱਖ ਦਾ, ਇਹਨੂੰ ਅੱਖ ਦਾ ਤਿਲ ਵੀ ਕਹਿੰਦੇ ਨੇ। ਖੁਦਾ ਛੋਟੋਂ ਕੋ ਬੜਾਈ ਦੇਤਾ ਹੈ ਆਂਖ ਕੇ ਤਿਲ ਮੇ ਆਸਮਾਂ ਦਿਖਾਈ ਦੇਤਾ ਹੈ। ਦਰਗਾਹ ਮਾਣ ਨਿਮਾਣਾ ਭਾਵ। ਸਾਰੇ ਗੱਲ ਇਹ ਗੱਲ ਉਗੜ ਗਈ, ਪ੍ਰਗਟ ਹੋ ਗਈ ਬਈ ਵਡਿਆਈ ਲਗ ਸੁਤ ਕੋ ਦਈ। ਛੋਟਿਆਂ ਨੂੰ ਵਡਿਆਈ ਮਿਲ ਰਹੀ ਹੈ। ਸ਼ਾਮ ਦਿਵਸ ਚੜ੍ਹਵੇ ਲਗ ਮਸਲਤ, ਇਸ ਤਰ੍ਹਾਂ ਸਵੇਰ ਇੱਕ ਪਹਿਰ ਤੱਕ ਸਲਾਹ ਮਸ਼ਵਰਾ ਸਾਰੇ ਤੱਕ ਪਹੁੰਚ ਗਿਆ। ਕਿਮ ਕੈ ਉਠੇ ਸੁਨਤ ਭੇ ਹਰਖਤ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਨੰਦਿਤ ਹੋ ਕੇ ਭਾਈ ਪਰਮਾਨੰਦ ਜੀ ਬਾਬਾ ਸੁੰਦਰ ਜੀ ਉੱਠੇ ਹਨ। ਖਾਨ ਪਾਨ ਸਭ ਹਿਨ ਤਬ ਕੀਨ, ਸਾਰਿਆਂ ਨੇ ਭੋਜਨ ਕਰ ਲਿਆ। ਵਰਤੈ ਦੇਗ ਰਾਤ ਦਿਨ ਤੀਨ, ਦਿਨ ਰਾਤ ਲੋੜਵੰਦ ਗਰੀਬ ਗੁਰਬਾ ਆ ਕੇ ਛਕ ਰਹੇ ਹਨ। ਢਰੇ ਦੁਪਹਿਰੇ ਠਾਨਤ ਤਿਆਰੀ, ਤੇ ਫਿਰ ਦੁਪਹਿਰਾ ਢਲ ਗਿਆ ਤੇ ਤਿਆਰੀ ਹੋਣ ਲੱਗ ਪਈ। ਸੁਧ ਮਸੰਦ ਲੈ ਸੰਗਤ ਸਾਰੀ, ਸਾਰੇ ਮਸੰਦ ਤੇ ਸਭ ਸੰਗਤਾਂ ਨੂੰ ਖਬਰ ਹੋ ਗਈ। ਫਰਸ ਵਿਸਾਲ ਹੇਤ ਛਿਰਕਾਇ, ਬਹੁਤ ਵੱਡੇ ਇਲਾਕੇ ਏਰੀਏ ਵਿੱਚ ਦਰੀਆਂ ਵਿਛਾਈਆਂ ਜਾਣਗੀਆਂ, ਇਸ ਲਈ ਛਿੜਕਾਓ ਕੀਤਾ ਗਿਆ। ਸਭਾ ਸਥਾਨ ਸੁਧ ਕਰਵਾਏ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਲੱਗਣੀ ਹੈ, ਦੀਵਾਨ ਲੱਗਣਾ ਹੈ ਤੇ ਸਾਰਾ ਥਾਂ ਪਵਿੱਤਰ ਕੀਤਾ ਗਿਆ। ਜਾ ਜਮ ਅਰ ਸਤਰੰਜੀ ਸੰਗ, ਬਹੁਤ ਸੋਹਣੀਆਂ ਚਾਦਰਾਂ ਜਿਹੜੀਆਂ ਰੰਗ ਬਿਰੰਗੀ ਥਾਪੇ ਛਾਪੇ ਵਾਲੀਆਂ ਅਵਨੀ ਤਲ ਛਾਦਿਓ ਪੋ ਰੰਗ, ਬਸ ਉਹ ਧਰਤੀ ਤੇ ਵਿਛਾਈਆਂ ਗਈਆਂ ਦਰੀਆਂ ਆਦਿਕ ਵਿਛਾ ਕੇ ਤੇਂਜ ਲੱਗਣ ਲੱਗ ਪਿਆ ਵੀ ਮਾਨੋ ਧਰਤੀ ਫੁੱਲਾਂ ਨਾਲ ਭਰ ਗਈ ਹੈ। ਜਾਮ ਦਿਵਸ ਜਬ ਰਹਿਓ ਨਿਆਰੇ, ਜਦੋਂ ਇੱਕ ਪਹਿਰ ਦੇਖਿਆ ਦਿਨ ਰਹਿ ਗਿਆ ਹੈ। ਸ੍ਰੀ ਹਰਿ ਗੋਬਿੰਦ ਤਹਾਂ ਸਿਧਾਰੇ, ਮਹਿਮਾ ਦੇ ਮਾਲਕ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਦੀਵਾਨ ਅਸਥਾਨ ਤੇ ਪਹੁੰਚੇ ਹਨ। ਸੋਬਤ ਪੁੱਤਰ ਸਾਥ ਹਰ ਰਾਏ, ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਛੋਟੇ ਪੋਤਰੇ ਸ੍ਰੀ ਹਰਿ ਰਾਏ ਜੀ ਸੋਭਾ ਪਾ ਰਹੇ ਹਨ। ਹਾਥ ਗਏ ਮਿਰਦੂ ਪਹੁੰਚੇ ਜਾਏ, ਕੋਮਲ ਹੱਥ ਸ੍ਰੀ ਹਰਿ ਰਾਏ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ 'ਚ ਪਕੜਿਆ ਤੇ ਨਾਲ ਲੈ ਕੇ ਆਏ ਹਨ। ਅਤ ਸੁੰਦਰ ਮਸਨੰਦ ਡਸਾਈ, ਬੜਾ ਖੂਬਸੂਰਤ ਪਲੰਗ ਮਸਨਦ
ਵਿਛਾਇਆ ਹੋਇਆ ਤਿਸ ਹੈ। ਪਰ ਥਿਰੇ ਜਾਏ ਗੋਸਾਈ ਸਾਰੇ ਜਗਤ ਦੇ ਮਾਲਕ ਉਸ ਤੇ ਆਪ ਬਿਰਾਜੇ ਹਨ। ਚਮਰਦਾਰ ਲੈ ਚਮਰ ਟੁਰਾਏ ਤੇ ਚੌਰ ਵਾਲਾ ਸੇਵਕ ਚੌਰ ਕਰ ਰਿਹਾ ਹੈ। ਪਠੇ ਮੇਵਰੇ ਸਕਲ ਬੁਲਾਏ ਤੇ ਸਾਰੇ ਅਰਦਾਸੀਏ ਮੇਵੜੇ ਸੰਦੇਸ਼ ਦੇਣ ਵਾਲੇ ਬੁਲਾਏ ਗਏ। ਸੁਪਟ ਪੰਜ ਸੈਲੇ ਕਰ ਸੰਗ ਇਸ ਤਰ੍ਹਾਂ 500 ਸੂਰਮੇ ਨਾਲ ਲੈ ਕੇ ਆਏ ਵਜੋਦਰਾਏ ਮੁਦ ਅੰਗ ਬਹੁਤ ਪ੍ਰੇਮ ਭਿਜਿਆ ਹਿਰਦਾ ਲੈ ਕੇ ਭਾਈ ਜੋਧਰਾਏ ਵੀ ਪਹੁੰਚਿਆ ਹੈ। ਪ੍ਰਥਮ ਸਭਨ ਤੇ ਪਹੁੰਚਿਓ ਭਾਨਾ ਦੀਵਾਨ ਸਥਾਨ ਤੇ ਸਭ ਤੋਂ ਪਹਿਲਾਂ ਬਾਬਾ ਭਾਨਾ ਜੀ ਪਹੁੰਚੇ ਹਨ। ਸਕਲ ਸੰਬੰਧਨ ਆਵਨ ਠਾਨਾ ਹੁਣ ਸਾਰੇ ਸੰਬੰਧੀ ਵੀ ਆ ਗਏ ਹਨ। ਰੂਪਾ ਆਏ ਚਰਨ ਗੁਰ ਲਾਗਾ ਭਾਈ ਰੂਪਾ ਜੀ, ਭਾਈ ਰੂਪਾ ਨਗਰ ਵਾਲੇ ਜਿਨ੍ਹਾਂ ਦੇ ਪਰਿਵਾਰ ਵਿੱਚ ਹੁਣ ਬਾਬਾ ਬੂਟਾ ਸਿੰਘ ਜੀ ਮੁਖੀ ਹਨ, ਉਹ ਸਾਰਾ ਪਰਿਵਾਰ ਵੀ ਆਇਆ ਤੇ ਆ ਚਰਨੀ ਲੱਗਾ। ਪਰਮਾਨੰਦ ਸੁੰਦਰ ਬੜ ਭਾਗਾ ਤੇ ਬਾਬਾ ਸੁੰਦਰ ਜੀ ਪਰਮਾਨੰਦ ਜੀ ਵੱਡਿਆਂ ਭਾਗਾਂ ਵਾਲੇ ਹਨ। ਜੇ ਤੱਕ ਪਹੁੰਚੇ ਨਿਕਟ ਮਸੰਦ ਕੁਝ ਮਹਾਰਾਜ ਜੀ ਦੇ ਨਿਵਾਜੇ ਹੋਏ ਮਸਨਦੀ ਵੀ ਆ ਪਹੁੰਚੇ ਹਨ। ਲੈ ਲੈ ਸੰਗ ਸੰਗਤਾਂ ਬ੍ਰਿੰਦ ਆਪਣੇ ਨਾਲ ਵੱਡੀ ਗਿਣਤੀ ਸੰਗਤਾਂ ਲਿਆਏ ਹਨ। ਲਗਿਓ ਦੀਵਾਨ ਮਹਾਨ ਸਥਾਨਾ ਮਹਾਨ ਗੁਰੂ ਦਾ ਮਹਾਨ ਦੀਵਾਨ ਗੁਰੂ ਚਰਨਾਂ ਨਾਲ ਮਹਾਨ ਹੋਏ ਥਾਂ ਤੇ ਲੱਗਿਆ। ਹਰੇ ਜੇ ਕੰਚਨ ਦੰਡਨ ਪਾਨਾ ਤੇ ਚੌਬਦਾਰ ਸੋਨੇ ਦੀਆਂ ਚੋਬਾਂ ਲੈ ਕੇ ਖੜੇ ਹਨ। ਭਾਟ ਨਕੀਬ ਗਾਵਤੇ ਜਸ ਕੋ ਔਰ ਇਸ ਤਰ੍ਹਾਂ ਦੇ ਨਾਲ ਭਾਟ ਨਕੀਬ ਜਸ ਗਾਉਣ ਵਾਲੇ ਮਹਾਰਾਜ ਦਾ ਜਸ ਕਰ ਰਹੇ ਹਨ। ਸਭਨ ਪ੍ਰੇਮ ਤੇ ਪਾਏ ਦਰਸਿਕ ਸਾਰਿਆਂ ਨੇ ਪ੍ਰੇਮ ਨਾਲ ਦਰਸ਼ਨ ਕੀਤਾ ਹੈ। ਭਾਨਾ ਆਦਿਕ ਪ੍ਰੇਮ ਰਸ ਪਾਗਿਆ ਬੜੇ ਪ੍ਰੇਮ ਨਾਲ ਭਰੇ ਹੋਏ ਹਨ ਭਾਈ ਭਾਨਾ ਜੀ। ਉਠਤ ਪਇਓ ਲੈ ਪ੍ਰਭ ਕੀ ਆਗਿਆ ਗੁਰੂ ਸਾਹਿਬ ਦੀ ਆਗਿਆ ਲੈ ਕੇ ਉੱਠ ਕੇ ਖੜਾ ਹੋਇਆ ਏ। ਸ੍ਰੀ ਹਰਿ ਰਾਏ ਸੀਸ ਦਸਤਾਰ ਔਰ ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਅਜੇ ਗੁਰੂ ਪਦਵੀ ਤੇ ਨਹੀਂ ਹੈਗੇ, ਉਹਨਾਂ ਦੇ ਸਿਰ ਤੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਹੈ। ਕਰੀ ਬੰਧਾਵਨ ਹੱਥ ਉਬਾਰ ਉੱਚਾ ਹੱਥ ਕਰਕੇ ਤੇ ਦਸਤਾਰ ਦੇ ਲੜ ਸਜਾਉਣੇ ਸ਼ੁਰੂ ਕਰ ਦਿੱਤੇ ਹਨ। ਸਤਿਗੁਰ ਨਿਜ ਕਰ ਸੰਗ ਸੁਧਾਰਤ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲੇ ਮੁਸਕਰਾ ਰਹੇ ਨੇ ਤੇ ਨਾਲੇ ਆਪਣੇ ਸਪੋਤਰੇ ਦੇ ਸਿਰ ਤੇ ਜਿਹੜੇ ਦਸਤਾਰ ਦੇ ਪੇਜ ਨੇ ਨਾ ਉਹਨਾਂ ਨੂੰ ਸੁਧਾਰਦੇ ਪਏ ਨੇ, ਕੋਈ ਉੱਚਾ ਨੀਵਾ ਨਾ ਹੋਵੇ। ਤੇ ਸਾਧ ਸੰਗਤ ਫਿਰ ਸੰਦੇਸ਼ ਮਿਲ ਨਹੀਂ ਜਾਂਦਾ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਦਸਤਾਰ ਨੂੰ ਸੋਹਣਾ ਕਰਦੇ ਪਏ ਨੇ ਤੇ ਦਸਤਾਰ ਕੋਈ ਸਿਰਫ ਬਾਬਾ ਗੁਰਦਿੱਤਾ ਜੀ ਦੀ ਜ਼ਿੰਮੇਵਾਰ ਬਣਾਉਣ ਦੀ ਨਹੀਂ ਹੈ, ਬਲਕਿ ਦਸਤਾਰ ਸਾਖਸ਼ਾਤ ਨਿਰੰਕਾਰ ਬਣਾਉਣ ਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੋਟੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੇਚ ਲੜ ਸੁਧਾਰ ਰਹੇ ਹਨ। ਨਭ ਮਹਿ ਜੈ ਜੈਕਾਰ ਉਚਾਰਤ ਤੇ ਜੈਕਾਰਿਆਂ ਦੀ ਗੂੰਜ ਅਸਮਾਨਾਂ ਤੱਕ ਪਹੁੰਚ ਰਹੀ। ਚਲੋ ਇੱਕ ਵਾਰੀ ਆਪਾਂ ਵੀ ਉਸ ਦਸਤਾਰ ਬੰਦੀ ਸਮਾਗਮ ਵਿੱਚ ਸ਼ਾਮਲ ਹੋ ਜਾਈਏ ਤੇ ਮਿਲ ਕੇ ਜੈਕਾਰਾ ਬੁਲਾਈਏ। ਇਸ ਤਰ੍ਹਾਂ ਆਸਮਾਨ ਗੁੰਜਾਊ ਜੈਕਾਰੇ ਗੂੰਜ ਰਹੇ ਹਨ। ਸ੍ਰੀ ਗੁਰ ਅਮਰਦਾਸ ਕੀ ਅੰਸ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ ਬੰਸ ਦਈ ਭਾਗ ਸੁੰਦਰ ਅਵਤੰਸ ਬਹੁਤ ਸੋਹਣੀ ਦਸਤਾਰ ਦਿੱਤੀ ਹੈ। ਉਨਹਿ ਮਸੰਦਨ ਅਰਪੀ ਸਭ ਹੂੰ ਫਿਰ ਸਾਰਿਆਂ ਮਸੰਦਾਂ ਨੇ ਵੀ ਆਪਣੇ ਆਪਣੇ ਵੱਲੋਂ ਦਸਤਾਰਾਂ ਦਿੱਤੀਆਂ। ਜੋ ਦਰਾਏ ਪਾ ਦੇਵਤ ਤਬ ਹੂੰ ਫਿਰ ਭਾਈ ਜੋਧਰਾਏ ਜੀ ਨੇ ਵੀ ਦਸਤਾਰ ਭੇਟ ਕੀਤੀ। ਸੰਬੰਧੀ ਅਰ ਸੰਗਤ ਕੇਰ ਸਾਰੇ ਸੰਬੰਧੀ ਤੇ ਸੰਗਤਾਂ ਦੀਆਂ ਅਰਪਤ ਸਗਰੇ ਲਾਗਿਓ ਢੇਰ ਵੱਡਾ ਢੇਰ ਲੱਗ ਗਿਆ ਦਸਤਾਰਾਂ ਦਾ। ਬਾਜਨ ਲਗੇ ਪੋਰਸ ਦਿਆਨੇ ਦਰਵਾਜ਼ੇ ਤੇ ਖੁਸ਼ੀ ਦੇ ਵਾਜੇ ਵਜਣ ਲੱਗ ਪਏ। ਜਸ ਕਵਿਤਨ ਪਾਠ ਬਖਾਨੇ ਬਹੁਤ ਸੋਹਣੀਆਂ ਕਵਿਤਾਵਾਂ ਪਾਠ ਆਦਿਕ ਗੁਰਸਿੱਖਾਂ ਨੇ
ਗੁਰੂ ਜਸ ਕੀਤਾ। ਸੋਕ ਨਸਾਏ ਕੀਨ ਉਤਸਾਹੂ ਉਤਸ਼ਾਹ ਬਣਿਆ, ਸੋਗ ਦੂਰ ਹੋਇਆ। ਆਨੰਦ ਪਾ ਸਭ ਕੇ ਉਰਮਾਹੂ ਸਭ ਦੇ ਹਿਰਦੇ ਆਨੰਦ ਨਾਲ ਭਰ ਗਏ। ਸ੍ਰੀ ਹਰਿ ਰਾਏ ਹੱਥ ਦੇ ਦਾਨ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਿ ਰਾਏ ਜੀ ਦੇ ਹੱਥੋਂ ਦਾਨ ਕਰਵਾ ਰਹੇ ਹਨ। ਮੰਗਤ ਜਨਨ ਦਿਵਾਏ ਮਹਾਨ ਤੇ ਮਾਤਾ ਜੀ ਬਹੁਤ ਸਾਰੇ ਲੋੜਵੰਦਾਂ ਨੂੰ ਮਹਾਨ ਦਾਤਾਂ ਵੰਡ ਰਹੇ ਹਨ। ਬਾਜਤ ਸਗਲ ਬਜਾਵਨ ਹਾਰੇ ਸਾਰੇ ਜਿਹੜੇ ਵਾਜੇ ਵਜਾ ਰਹੇ ਸਨ, ਲੈ ਲੈ ਬਖਸ਼ਿਸ ਅਸੀਸ ਉਚਾਰੇ ਉਹ ਬਖਸ਼ਿਸ਼ਾਂ ਪ੍ਰਾਪਤ ਕਰਕੇ ਤੇ ਗੁਰੂ ਜਸ ਕਰ ਰਹੇ ਵੀ ਗੁਰੂ ਦਾ ਘਰ ਸਦਾ ਹੀ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ। ਹਯਨ ਆਦਿ ਕਨ ਦਾਸ ਬਿਸਾਲੇ ਔਰ ਇਸ ਤਰ੍ਹਾਂ ਦੇ ਨਾਲ ਘੋੜਿਆਂ ਦੇ ਸੇਵਾਦਾਰ ਜਿਹੜੇ ਹਨ, ਬਸਤਰ ਬਿਭੂਖਣ ਲੈ ਧਨ ਜਾਲੇ ਉਹਨਾਂ ਨੂੰ ਵੀ ਬਸਤਰ ਗਹਿਣੇ ਧਨ ਬਹੁਤ ਦਿੱਤਾ ਗਿਆ। ਸਗਰੇ ਸ੍ਰੀ ਹਰਿ ਰਾਏ ਸਰਾਹੈ ਸਾਰੇ ਗੁਰੂ ਹਰਿ ਰਾਏ ਸਾਹਿਬ ਜੀ ਦੀ ਸਲਾਹਤਾ ਕਰ ਰਹੇ ਹਨ। ਗੁਰ ਪੋਤਰ ਇਹੋ ਭਾਗ ਮਹਾ ਹੈ ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਪੋਤਰੇ ਦਾ ਵੱਡਾ ਭਾਗ ਹੈ। ਅਦਭੁਤ ਸੋਭਾ ਪਾਏ ਰਹੇ ਹੈ ਬਹੁਤ ਸ਼ੋਭਾ ਬਣ ਰਹੀ ਗੁਰ ਹੈ। ਦਾ ਪਦ ਜਨ ਆਜ ਲਹੇ ਇਹ ਤਾਂ ਇੰਜ ਲੱਗ ਰਿਹਾ ਵੀ ਅੱਜ ਹੀ ਇਹਨਾਂ ਨੂੰ ਗੁਰਿਆਈ ਮਿਲ ਗਈ। ਸਾਰੇ ਇਹ ਕਹਿ ਰਹੇ ਹਨ। ਓਜਕ ਸਭਨ ਹਿਰਦੈ ਫੁਰਿਆਈ ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਜੀ ਨੇ ਲਿਖਿਆ, ਔਚਕ ਸਭਨ ਹਿਰਦੈ ਫੁਰਿਆਈ। ਸਾਰਿਆਂ ਦੇ ਮਨ 'ਚ ਇਹ ਵਿਚਾਰ ਆ ਰਿਹਾ ਹੈ, ਜਾਨੀ ਪਰ ਪਾਏ ਗੁਰਿਆਈ ਬਈ ਲੱਗਦਾ ਹੈ ਗੁਰਿਆਈ ਵੀ ਇਹਨਾਂ ਨੂੰ ਹੀ ਮਿਲਣੀ। ਕਹਿੰਦੇ ਨਾ ਵੀ ਜਿਹੜੀ ਪਬਲਿਕ ਹੁੰਦੀ ਉਹਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ। ਸਦਾ ਕਹਿੰਦੇ ਨੇ ਆਵਾਜ਼ ਨੂੰ, ਸਦਾਏ ਖਲਕਤ ਨਕਾਰਾ ਖੁਦਾ, ਵੀ ਜਿਹੜੀ ਖਲਕਤ ਦੀ ਆਵਾਜ਼ ਹੈ ਉਹ ਰੱਬ ਦਾ ਨਗਾਰਾ ਹੈ। ਸਾਰੀ ਸੰਗਤ ਦੀ ਆਵਾਜ਼ ਤਾਂ ਗੁਰੂ ਦੀ ਹੀ ਆਵਾਜ਼ ਹੈ। ਸਾਰੇ ਕਹਿ ਰਹੇ ਨੇ ਵੀ ਗੁਰਿਆਈ ਇਹਨਾਂ ਨੂੰ ਹੀ ਮਿਲਣੀ ਹੈ। ਇਮ ਮੰਗਲ ਕਰ ਸੋਕ ਨ ਸਾਵਾ ਸੋਗ ਨਾਸ ਹੋਇਆ, ਖੁਸ਼ੀਆਂ ਬਣੀਆਂ। ਅੰਤਰ ਬਹਿਰ ਪ੍ਰਮੋਦ ਵਧਾਵਾ ਅੰਦਰ ਬਾਹਰ ਖੁਸ਼ੀਆਂ ਹੀ ਖੁਸ਼ੀਆਂ ਹਨ। ਦੇਤ ਅਸੀਸਾਂ ਸ੍ਰੀ ਹਰਿ ਰਾਏ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵੀ ਅਸੀਸਾਂ ਦੇ ਰਹੇ ਹਨ। ਧੀਰ ਮਲ ਕੀ ਨਿੰਦ ਅਲਾਏ ਇਹ ਸੰਗਤਾਂ ਧੀਰ ਮਲ ਨੂੰ ਮਾੜਾ ਕਹਿ ਰਹੀਆਂ ਨੇ ਵੀ ਗੁਰੂ ਘਰ ਨਾਲ ਟੁੱਟ ਗਿਆ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਬਹੁਤ ਸਾਰੀਆਂ ਸੰਗਤਾਂ ਮਹਾਰਾਜ ਕੋਲੋਂ ਅਸੀਸਾਂ ਲੈ ਕੇ ਗੁਰਪੁਰਬ ਮਨਾ ਕੇ ਆਪਣੇ ਆਪਣੇ ਨਿਵਾਸ ਸਥਾਨਾਂ ਵੱਲ ਚਾਲੇ ਪਾ ਰਹੀਆਂ ਹਨ। ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨ। ਬਾਰੰਬਾਰ ਆਪ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਬਾਕੀ ਵਿਚਾਰ ਅਗਲਾ ਅਧਿਆਇ ਕੱਲ ਆਪ ਸਰਵਣ ਕਰੋਗੇ। ਇਸ ਵੇਲੇ ਆਓ ਇੰਨੇ ਹੀ ਬਚਨ ਪ੍ਰਵਾਨ ਕਰਦੇ ਹੋਏ ਵਾਹਿਗੁਰੂ ਮੰਤਰ ਨਾਲ ਜੁੜੀਏ। ਥੋੜਾ ਜਿਹਾ ਸਮਾਂ ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।